ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਰ ਰੋਜ਼ ਦੀ ਤਰ੍ਹਾਂ ਸਵਾਗਤ ਹੈ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ ਤੇ ਅਸੀਂ ਦੋਵੇਂ ਜਣੇ ਜੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ ਟੈਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਹੀ ਵਧੀਆ, ਚੜ੍ਹਦੀ ਕਲਾ, ਸੁੱਖ ਦਾ ਸਾਹ ਆਇਆ, ਸੱਚੀ ਆਇਆ, ਸਭ ਨੂੰ ਆਇਆ, ਕੰਨਾਂ ਨੂੰ ਸਾਹ ਆਇਆ, ਉਮੀਦਵਾਰਾਂ ਨੂੰ ਵੀ ਆਇਆ ਜੀ। ਮੈਂ ਨਾ ਵੀ ਹੁਣ ਸਾਰੇ ਠੰਡੇ ਜੇ ਹੋ ਗਏ ਆ, ਹਾਂ ਸ਼ਾਂਤ ਜੇ ਹੋ ਕੇ ਬਹਿ ਗਏ ਆ। 10 ਮਾਰਚ ਤੱਕ ਸਾਰੇ ਹੀ ਜਿੱਤੇ ਆ, ਹਾਂ ਸਾਰਿਆਂ ਦੀ ਸਰਕਾਰ ਪੰਜਾਬ 'ਚ ਬਣ ਰਹੀ ਆ। ਜੀ, ਕੋਈ ਕਿਸੇ ਨੂੰ ਪੁੱਛੇ ਵੀ ਭਾਈ ਕਿਹਦੀ ਸਰਕਾਰ ਬਣੂ, ਉਹਨੂੰ ਕਹੇ ਜਿਹੜੀ ਤੈਨੂੰ ਚੰਗੀ ਆ ਉਹੀ ਮੰਨ। ਬਿਲਕੁਲ ਸਹੀ। 10 ਤਰੀਕ ਨੂੰ ਵੇਖਾਂਗੇ ਵੀ ਕੀ ਬਣਦਾ। ਫਿਲਹਾਲ ਸਾਰਿਆਂ ਦੀ ਬਣੀ ਹੋਈ ਆ। ਸਾਰੇ ਇਹ ਗੱਲ ਕਹਿ ਰਹੇ ਵੀ ਆਪਣੀ ਝੰਡੀ ਆ। ਸਾਰੇ ਇਹ ਗੱਲ ਕਹਿੰਦੇ ਵੀ ਐਤਕੀ ਮੈਂ ਚਮਤਕਾਰ ਕੀਤਾ। ਸਾਰੇ ਇਹ ਗੱਲ ਕਹਿੰਦੇ ਵੀ ਮੈਂ ਸਾਰਿਆਂ ਦੀ ਪਿੱਠ ਲਵਾਤੀ ਆ। ਆਪਾਂ ਨਾਲ ਦੀ ਨਾਲ ਹੀ ਕਹਿ ਦਿਆ ਕਰੋ ਹੁਣ ਤੁਸੀਂ ਸਹੀ, ਬਿਲਕੁਲ ਸਭ ਦੀ ਲੱਗੀ। ਬਿਲਕੁਲ ਸਹੀ ਗੱਲ ਹੈ ਟੈਣਾ ਸਾਹਿਬ। ਹੁਣ ਨਾ ਸਾਰੇ ਪਾਸੇ ਇੱਕਦਮ ਸ਼ਾਂਤੀ, ਇੱਕਦਮ ਚੁੱਪ, ਇੱਕਦਮ ਹੈ ਨਾ, ਮਤਲਬ ਬਹੁਤ ਸਕੂਨ ਜਿਹਾ ਫੈਲਿਆ ਹੋਇਆ ਹੈ। ਸੋ ਖੈਰ ਕੱਲ ਬਹੁਤ ਗਹਿਮਾ ਗਹਿਮੀ ਸੀ, ਬਹੁਤ ਜ਼ਿਆਦਾ ਰੌਲਾ ਰੱਪਾ ਸੀ। ਸੋ ਹੁਣ ਆਪਾਂ ਨੂੰ ਜਿਹੜੇ ਦਿਨ ਦੀ ਉਡੀਕ ਸੀ ਉਹ ਦਿਨ ਨਿਕਲ ਗਿਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਮੌਸਮ ਦੀ ਹਾਲ ਬਿਆਨੀ ਕਰਦੇ ਬਈ ਗਰਮੀ ਹੋ ਗਈ ਹੈ ਪੂਰੀ। ਬੇਸ਼ੱਕ ਰਾਜਨੀਤਿਕ ਗਰਮੀ ਤਾਂ ਨਿਕਲ ਗਈ ਆ ਹੁਣ, ਕਿਉਂਕਿ 20 ਤਰੀਕ ਨੂੰ ਵੋਟਾਂ ਪੈ ਗਈਆਂ ਤੇ ਉਹ ਹੁਣ ਸ਼ਾਂਤ ਜੇ ਹੋ ਗਏ ਆ ਜੀ। ਪਰ ਜਿਹੜੀ ਵੈਸੇ ਕੁਦਰਤੀ ਗਰਮੀ ਆ ਇਹ ਲਗਾਤਾਰ ਹੀ ਵਧੀ ਜਾਂਦੀ ਆ। ਮੈਂ ਤਾਂ ਹੁਣੇ ਖਬਰ ਪੜ੍ਹ ਕੇ ਹਟਿਆ, ਕਹਿੰਦੇ ਪੰਜਾਬ ਦੇ ਵਿੱਚ 2 ਦਿਨਾਂ ਦੇ ਵਿੱਚ ਮੌਸਮ 'ਚ ਤਬਦੀਲੀ ਆ ਜਾਣੀ ਆ। ਕਹਿੰਦੇ ਕਣੀਆਂ ਪੈਣ ਦੀ ਸੰਭਾਵਨਾ। ਕਹਿੰਦੇ ਪਹਾੜੀ ਖੇਤਰ ਦੇ ਵਿੱਚ ਆ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਪਹਾੜੀਆਂ ਦੇ ਉੱਤੇ ਬਰਫ਼ ਪੈ ਗਈ। ओहो, सैलानी भाग भाग कर जा रहे हैं। अच्छा, हाँ, हिंदी अखबार हाँ, पढ़ा लगता है। पर्यटक है जो वो तो जाते आते हैं। हाँ, हाँ, अच्छा। मतलब ਜਿਹੜੇ ਆ ਜਾਣ ਆਉਣ ਦੇ ਸ਼ੌਕੀਨ ਆ ਪਰ ਜਿਹੜੇ। ਇਹ ਪਿਛਲੇ ਨਾ ਘੱਟੋ ਘੱਟ 2 ਹਫ਼ਤਿਆਂ ਤੋਂ ਇਹੀ ਕਹਿ ਰਹੇ ਆ ਵੀ ਆਉਂਦੇ 2 ਦਿਨਾਂ 'ਚ ਮੀਂਹ ਪੈ ਜਾਣਾ, ਆਉਂਦੇ 2 ਦਿਨਾਂ 'ਚ ਮੀਂਹ ਪੈ ਜਾਣਾ, ਆਉਂਦੇ 2 ਦਿਨਾਂ 'ਚ ਮੀਂਹ ਪੈ ਜਾਣਾ। ਪਿਆ ਨਹੀਂ। ਚਲੋ ਅਗਲੇ ਦੀ ਮਰਜ਼ੀ, ਕੁਦਰਤ ਦੀ ਮਰਜ਼ੀ, ਪਾਉਣਾ ਨਹੀਂ ਪਾਉਣਾ ਮੀਂਹ। ਪਰ ਗੱਲ ਇਹ ਵੀ ਜਿਵੇਂ ਜੇ ਸਾਨੂੰ ਜਾਣਕਾਰੀ ਮਿਲੀ ਅਸੀਂ ਉਵੇਂ ਸਾਂਝੀ ਕਰਤੀ। ਕਹਿੰਦੇ ਵੀ ਸ਼ਿਮਲੇ ਦੇ ਵੱਲ ਨਿਰਗਣ ਠਾ ਗਏ ਲੋਕ। ਓਏ ਹੋਏ ਹੋਏ। ਕਹਿੰਦੇ ਡਲਹੌਜੀ ਦੇ ਵੱਲ ਵਹੀਰਾਂ ਕੱਟ ਕੇ ਚਲੇ ਗਏ ਜੇ ਲੋਕ। ਹੁਣੇ ਹੀ ਆ ਹਾਲ ਹੈ ਤੇ ਜੂਨ ਜੁਲਾਈ 'ਚ ਕੀ ਬਣੂਗਾ ਸੋਚੋ। ਬਿਲਕੁਲ ਸਹੀ ਗੱਲ। ਓਏ ਹੋਏ ਹੋਏ, ਬਹੁਤ ਗਰਮੀ ਲਗਾਤਾਰ ਵੱਧ ਰਹੀ ਆ ਤੇ ਗਰਮੀ ਮੈਨੂੰ ਲੱਗਦਾ ਐਤਕੀ ਜਿਵੇਂ ਪੈਂਦੀ ਸੱਟੇ ਪੈਣ ਲੱਗ ਗਈ ਆ ਬਸੰਤ ਨਿਕਲਣ ਤੋਂ ਬਾਅਦ, ਹੋ ਸਕਦਾ ਐਤਕੀ 47 48 ਤੱਕ ਪਾਰਾ ਪਹੁੰਚ ਜਾ ਕਰੇ ਆਸਾਨੀ ਨਾਲ ਹੀ। ਇਹ ਸਾਰਾ ਕੁਝ ਨਾ ਜਿਹੜੀ ਅਸੀਂ ਕੁਦਰਤ ਦੇ ਨਾਲ ਛੇੜਛਾੜ ਕੀਤੀ ਹੈ ਨਾ ਉਹਦਾ ਹੀ ਨਤੀਜਾ। ਜੀ। ਜਿਹੜਾ ਅਸੀਂ ਰੁੱਖ ਵੱਢਦੇ ਗਏ ਆ ਅੰਨੇਵਾਹ, ਜਿਹੜਾ ਅਸੀਂ ਇਹ ਕਹਿੰਦੇ ਨੇ ਵੀ ਮਨੁੱਖ ਜਿਹੜਾ ਆ ਉਹ ਸਭ ਤੋਂ ਜ਼ਿਆਦਾ ਬਲਵਾਨ ਆ, ਕੁਦਰਤ ਤਾਂ ਕੁਝ ਹੈ ਹੀ ਨਹੀਂ। ਇਹ ਉਹਦੇ ਨਤੀਜੇ ਸਾਹਮਣੇ ਆ ਰਹੇ ਨੇ ਵੀ ਕੁਦਰਤ ਹੁਣ ਆਪਣਾ ਬਦਲਾ ਲੈ ਰਹੀ ਆ। ਸੋ ਖੈਰ ਹੁਣ ਆਪਾਂ ਚੱਜ ਦੇ ਵਿਚਾਰ ਦੀ ਸਾਂਝ ਦੇਖੋ ਵੀ ਚੱਜ ਦਾ ਵਿਚਾਰ ਗੌਰ ਨਾਲ ਸੁਣਿਓ। ਇਹ ਜਿਹੜੇ ਤਕਨੀਕ ਦੇ ਹਾਣੀ ਆ ਉਹਨਾਂ ਨੂੰ ਸਮਝ ਲੱਗੂਗਾ। ਕਹਿੰਦੇ ਵੀ ਇੱਕ ਬੱਚੇ ਨੇ ਆਪਣੀ ਮਾਂ ਨੂੰ ਪੁੱਛਿਆ, ਕਹਿੰਦਾ ਮੰਮੀ ਕੰਪਿਊਟਰ ਇੰਨੇ ਸਮਾਰਟ ਕਾਹਤੋਂ ਹੁੰਦੇ ਆ? ਮੰਮੀ ਕੰਪਿਊਟਰ ਇੰਨੇ ਸਮਾਰਟ ਕਾਹਤੋਂ ਹੁੰਦੇ ਆ? ਉਹਨੇ ਬੜਾ ਸੋਹਣਾ ਉੱਤਰ ਦਿੱਤਾ ਮਾਂ ਨੇ। ਕਹਿੰਦੀ ਪੁੱਤ ਅਸਲ ਦੇ ਵਿੱਚ ਕੰਪਿਊਟਰ ਆਪਣੇ ਮਦਰਬੋਰਡ ਦੀ ਸੁਣਦੇ ਆ। ਵਾਹ ਵਾਹ, ਆਪਦੀ ਮਾਂ ਦੀ ਸੁਣਦੇ ਆ। ਮਦਰਬੋਰਡ ਦੀ ਗੱਲ ਤੋਂ ਬਾਹਰ ਨਹੀਂ ਜਾਂਦੇ, ਇਸ ਕਰਕੇ ਨੇ ਸਮਾਰਟ ਹੁੰਦੇ ਆ, ਇੰਨੇ ਚੰਗੇ ਹੁੰਦੇ ਆ। ਸਿਰਾ ਹੀ ਲਾ ਗਏ ਹੁਣ ਟਾੜਾ ਸਾਹਿਬ। ਆਈਆਂ ਫਿਰ ਕਮਾਲ ਹੋ ਗਈ ਇਹ ਤਾਂ। ਵਾਕਈ ਇਹ ਗੱਲ ਸੱਚੀ ਹੈ ਵੀ ਜੇ ਮਾਪਿਆਂ ਦੀ ਸੁਣੋ, ਜੇਕਰ ਆਪਣੀ ਮਾਂ ਦੀ ਗੱਲ ਸੁਣੋ ਤੇ ਬੰਦਾ ਜ਼ਰੂਰ ਤਰੱਕੀ ਹਾਸਲ ਕਰਦਾ ਹੈ, ਬੰਦਾ ਜ਼ਰੂਰ ਜ਼ਿੰਦਗੀ 'ਚ ਅੱਗੇ ਵੱਧਦਾ ਹੈ। ਜੇ ਅਸੀਂ ਕਹੀਏ ਵੀ ਨਹੀਂ ਮਾਪਿਆਂ ਤੋਂ ਵੱਧ ਕੇ ਸਿਆਣਾ ਤਾਂ ਮੈਂ ਹੀ ਆ, ਇਹਨਾਂ ਨੂੰ ਕੀ ਪਤਾ, ਉਹ ਬੰਦਾ ਕਦੇ ਤਰੱਕੀ ਨਹੀਂ ਕਰ ਸਕਦਾ। ਇੱਕ ਮਾਂ ਬੋਰਡ ਦੀ ਛਾਂ ਤੇ ਰੱਬ ਦਾ ਨਾਂ ਪਿਆਰੇ ਇੱਕੋ ਜਿਹੇ। ਬਿਲਕੁਲ ਸਹੀ ਗੱਲ ਹੈ। ਹੁਣ ਮੇਰੇ ਵਾਲਾ ਚਾਹੀਦਾ ਵਿਚਾਰ ਮੈਂ ਕਿਤੇ ਟੈਣਾ ਸਾਹਿਬ ਸੁਣਿਆ, ਜੋ ਅੱਜ ਕੱਲ ਦਾ ਜ਼ਮਾਨਾ ਹੈ ਉਹਦੇ ਨਾਲ ਜੁੜਿਆ ਹੋਇਆ ਇਹ ਚਾਹੀਦਾ ਵਿਚਾਰ ਹੈ। ਜਿੰਨੀ ਤੇਜ਼ੀ ਦੇ ਨਾਲ ਤਬਦੀਲੀ ਆ ਰਹੀ ਹੈ ਸਾਡੇ ਸਾਰਿਆਂ ਦੇ ਸੁਭਾਅ ਦੇ ਅੰਦਰ, ਜਿੰਨੀ ਤੇਜ਼ੀ ਦੇ ਨਾਲ ਅੱਜ ਮਨੁੱਖ ਬਦਲ ਰਿਹਾ, ਜਿੰਨੀ ਤੇਜ਼ੀ ਨਾਲ ਸਾਡੇ ਰਿਸ਼ਤੇ ਬਦਲ ਰਹੇ ਨੇ, ਉਹਦੇ ਨਾਲ ਜੁੜਿਆ ਹੋਇਆ ਚਾਹੀਦਾ ਵਿਚਾਰ ਹੈ। ਕਹਿੰਦੇ ਵੀ ਤੁਸੀਂ ਤਾਂ ਤੂੰ, ਤੁਸੀਂ ਤਾਂ ਤੂੰ, ਫਿਰ ਤੂੰ ਮੈਂ। ਨਹੀਂ ਨਹੀਂ ਨਹੀਂ, ਇਹ ਨਹੀਂ ਸੀ, ਇਹ ਸੀ ਤੁਸੀਂ ਤਾਂ ਤੂੰ ਤੇ ਤੂੰ ਤਾਂ ਤੂੰ ਕੌਣ। ਇਹ ਹੁਣ 'ਚ ਅੱਜ ਕੱਲ ਸਮਾਂ ਨਹੀਂ ਲੱਗਦਾ। ਹਾਂ ਵੈਸੇ ਤੁਸੀਂ ਗੱਲ ਕਹੋ, ਤੁਸੀਂ ਹੀ ਹਮੇਸ਼ਾ ਕਿਹਾ ਕਰੋ ਤੂੰ ਮੈਂ ਦੇ ਵਿੱਚ ਰੌਲਾ ਵੱਧ ਜਾਣਾ ਨਾ। ਨਹੀਂ ਨਹੀਂ ਟੈਣਾ ਸਾਹਿਬ ਤੁਸੀਂ ਹੋਰ ਪਾਸੇ ਹੀ ਤੁਰ ਪਏ। ਉਹਨੇ ਤੁਸੀਂ ਮੇਰੀ ਭਾਵਨਾ ਨੂੰ ਸਮਝੋ। ਸਮਝ ਗਈ ਵੀ ਤੁਸੀਂ ਤਾਂ ਤੂੰ ਕਹਿੰਦੇ ਜਦੋਂ ਆਪਾਂ ਆ ਜਾਂਦੇ ਆ ਫਿਰ ਰਿਸ਼ਤਾ 100 ਸਾਰ ਨਹੀਂ ਰਹਿੰਦਾ। ਇਹਦਾ ਮਤਲਬ ਇਹ ਹੈ ਕਿ ਤੁਸੀਂ ਅਸੀਂ ਉਦੋਂ ਤੱਕ ਕਹਿੰਦੇ ਜਦੋਂ ਤੱਕ ਮਤਲਬ ਹੁੰਦਾ, ਜਦੋਂ ਤੱਕ ਸਾਨੂੰ ਇਹ ਪਤਾ ਹੁੰਦਾ ਵੀ ਅਸੀਂ ਅਗਲੇ ਤੋਂ ਕੋਈ ਨਾ ਕੋਈ ਕੰਮ ਕਢਾਉਣਾ ਹੈ, ਸਾਨੂੰ ਇਹਦੀ ਲੋੜ ਪੈ ਸਕਦੀ ਹੈ। ਬਾਅਦ ਵਿੱਚ ਤੂੰ ਕੌਣ ਤੇ ਮੈਂ ਕੌਣ। ਜੀ, ਉਸ ਤੋਂ ਬਾਅਦ ਹੋ ਜਾਂਦਾ ਤੂੰ, ਹਾਂ ਬਈ ਤੂੰ ਕੌਣ, ਹੈ ਨਾ। ਫਿਰ ਤੂੰ ਤੋਂ ਬਾਅਦ ਤੂੰ ਕੌਣ ਬਣ ਜਾਂਦਾ ਬੰਦਾ। ਤੇ ਇਸ ਲਈ ਇੰਨੀ ਜਲਦੀ ਇੰਨੀ ਤੇਜ਼ੀ ਨਾਲ ਅਸੀਂ ਤਬਦੀਲ ਹੋ ਰਹੇ ਹਾਂ। ਮਾੜੀ ਗੱਲ ਆ ਜੀ, ਬਿਲਕੁਲ ਇਦਾਂ ਹੋਣਾ ਨਹੀਂ ਚਾਹੀਦਾ। ਬੰਦੇ ਨੂੰ ਸਤਿਕਾਰ ਦੇਣਾ ਚਾਹੀਦਾ ਤੇ ਫੇਰ ਹੀ ਮਿਲਦਾ। ਜੀ, ਜੋ ਕੁਝ ਕਿਸੇ ਨੂੰ ਦੇਵਾਂਗੇ ਸਤਿਕਾਰ ਦੇ ਰੂਪ ਦੇ ਵਿੱਚ, ਮੋੜਵੇਂ ਰੂਪ ਦੇ ਵਿੱਚ ਉਹੀ ਆਉਣਾ। ਖੂਹ ਦੇ ਵਿੱਚ ਜਿਹੋ ਜੀ ਆਵਾਜ਼ ਮਾਰੋਗੇ ਉਹੋ ਜੀ ਬਾਹਰ ਆਉਣੀ ਆ। ਜਿਹੋ ਜਿਹਾ ਬੀ ਬੀਜੋਗੇ ਉਹੋ ਜਿਹਾ ਹੀ ਫਲ ਉੱਗੇਗਾ। ਆਪ ਕਰੀ ਜਾਓ ਤੂੰ ਕੀ ਆ, ਤੂੰ ਆਇਆ ਤੇ ਬਾਅਦ ਵਿੱਚ ਕਹਾਂਗੇ ਤੁਸੀਂ ਕਿਉਂ ਨਹੀਂ ਕਹਿੰਦੇ ਸਾਨੂੰ, ਤੇ ਆਪ ਜੀ ਨੇ ਕਿਉਂ ਨਹੀਂ ਕਿਹਾ। ਜੀ ਕਹੋ, ਜੀ ਕਹਾਓ। ਜੀ ਜੱਜ ਦਾ ਵਿਚਾਰ।
ਟਾਣਾ ਸਾਹਿਬ ਹੁਣ ਆਪਾਂ ਵੋਟਾਂ ਵਾਲੇ ਦਿਨ ਦੀ ਗੱਲ ਕਰਦੇ ਹਾਂ ਜੀ, ਕਿਹੋ ਜਿਹਾ ਮਾਹੌਲ ਚੱਲ ਰਿਹਾ ਫਿਰ? ਬਿਲਕੁਲ ਜੀ, ਗੱਲ ਇਹ ਆ ਕਿ ਵਧੀਆ ਰਿਹਾ, ਮਾਹੌਲ ਵਧੀਆ ਰਿਹਾ। ਕਤਾਰਾਂ ਦੇ ਵਿੱਚ ਲੱਗ ਕੇ ਲੋਕਾਂ ਨੇ ਆਪਣੀ ਵੋਟ ਅਧਿਕਾਰ ਦੀ ਵਰਤੋਂ ਕੀਤੀ ਹੈ। ਤੇ ਸਭ ਤੋਂ ਚੰਗੀ ਤੇ ਕਮਾਲ ਦੀ ਗੱਲ ਦੱਸਦਾ, ਮੇਰੇ ਦੋਸਤ ਨੇ ਮੈਨੂੰ ਫੋਨ ਕੀਤਾ, ਨਿਹਾਲ ਸਿੰਘ ਵਾਲਾ ਵਿਧਾਨ ਸਭਾ ਖੇਤਰ ਤੋਂ। ਉਹ ਕਹਿੰਦਾ ਬਾਈ ਜੀ ਜਿਹੜੇ ਬੂਥਾਂ ਤੇ ਮੈਂ ਗਿਆ ਨਾ, ਸਵੇਰ ਦਾ 4-5 ਬੂਥਾਂ ਤੇ ਜਾ ਕੇ ਆਇਆ, ਬੰਦਿਆਂ ਨਾਲੋਂ ਬੁੜੀਆਂ ਵੱਧ ਕਤਾਰਾਂ ਦੇ ਵਿੱਚ ਲੱਗੀਆਂ ਜੀ। ਕਹਿੰਦਾ ਮੇਰੇ ਲਈ ਇਹ ਹੈਰਾਨੀਜਨਕ ਗੱਲ ਆ, ਜਦੋਂ ਤੋਂ ਮੈਂ ਵੋਟ ਪਾਉਣਾ, ਮੈਨੂੰ 45-47 ਸਾਲ ਹੋ ਗਏ ਆ ਮੇਰੀ ਉਮਰ ਨੂੰ, ਜਦੋਂ ਤੋਂ ਮੈਂ ਵੋਟ ਪਾਉਣਾ ਇਹ ਪਹਿਲੀ ਵਾਰ ਦੇਖਿਆ ਵੀ ਔਰਤਾਂ ਬੰਦਿਆਂ ਨਾਲੋਂ ਵੱਧ ਕਤਾਰਾਂ ਦੇ ਵਿੱਚ ਲੱਗੀਆਂ ਖੜੀਆਂ। ਤੇ ਮੈਂ ਕਿਹਾ ਵੀ ਇਹਦਾ ਕਾਰਨ ਕੀ ਹੋ? ਕਹਿੰਦੇ ਵੀ ਮੈਨੂੰ ਨਹੀਂ ਪਤਾ ਇਹਦਾ ਕੀ ਕਾਰਨ ਹੋਊਗਾ, ਪਰ ਬੀਬੀਆਂ ਨਿੱਠ ਕੇ ਆਈਆਂ, ਆਪਦਾ ਘਰ ਦਾ ਕੰਮ ਕਾਜ ਕਰਕੇ, ਗੋਹੇ ਕੂੜੇ ਦਾ ਕੰਮ ਨਿਬੇੜ ਕੇ, ਘਰ ਨੂੰ ਤਾਲਾ ਲਾ ਕੇ ਵੀ ਕਈ ਆਈਆਂ, ਪਰ ਐ ਪੂਰੀਆਂ ਕਤਾਰ 'ਚ ਲੱਗੀਆਂ ਉਹਦੀਆਂ, ਭਾਵੇਂ 1.5 ਘੰਟਾ ਲੱਗ ਜੇ, ਵੋਟ ਪਾ ਕੇ ਹੀ ਜਾਣੀ ਹੈ। ਵੈਸੇ ਇਹ ਚੀਜ਼ ਕੱਲ ਮੈਂ ਵੀ ਅੱਖੀਂ ਵੇਖੀ ਟਾਣਾ ਸਾਹਿਬ ਕਿ ਨਾ ਬਹੁਤ ਸਾਰੀਆਂ ਥਾਵਾਂ ਤੇ ਤਸਵੀਰਾਂ ਇਹੋ ਜਿਹੀਆਂ ਸਾਹਮਣੇ ਆਈਆਂ, ਸੋਸ਼ਲ ਮੀਡੀਆ ਤੇ ਤਸਵੀਰਾਂ ਸਾਹਮਣੇ ਆਈਆਂ ਕਿ ਵਾਕਈ ਕਿੰਨੇ ਸਾਰੇ ਖੇਤਰ ਇਹੋ ਜਿਹੇ ਸੀ ਜਿੱਥੇ ਵੋਟਾਂ ਵਾਲੇ ਦਿਨ ਬੀਬੀਆਂ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਸੀ, ਹੈ ਨਾ। ਜਦੋਂ ਮੈਂ ਵੀ ਵੋਟ ਪਾਉਣ ਦੇ ਲਈ ਗਈ ਉਦੋਂ ਵੀ ਮੈਂ ਵੇਖਿਆ ਬਹੁਤ ਸਾਰੀਆਂ ਬੀਬੀਆਂ ਕਤਾਰਾਂ ਦੇ ਵਿੱਚ ਖੜੀਆਂ ਸੀ, ਔਰ ਚੰਗਾ ਲੱਗਿਆ ਇਹ ਵੇਖ ਕੇ ਕਿ ਅਸੀਂ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾ ਰਹੇ ਹਾਂ, ਅਸੀਂ ਆਪਣੀ ਵੋਟ ਦੀ ਵਰਤੋਂ ਕਰ ਰਹੇ ਹਾਂ, ਆਪਣੇ ਹੱਕਾਂ ਦੀ ਵਰਤੋਂ ਕਰ ਰਹੇ ਹਾਂ, ਕਿਉਂਕਿ ਅੱਜ ਜੇ ਅਸੀਂ ਇਹਦੀ ਵਰਤੋਂ ਕਰਾਂਗੇ ਤਾਂ ਕੱਲ ਨੂੰ ਸਵਾਲ ਕਰਨ ਜੋਗੇ ਹੋਵਾਂਗੇ। ਸੋ ਚੰਗਾ ਲੱਗਿਆ ਕਿ ਜਾਗਰੂਕਤਾ ਆਈ ਹੈ। ਪਿਛਲੀ ਵਾਰ ਦੇ ਨਾਲੋਂ ਯਾਨੀ ਕਿ 5 ਸਾਲ ਪਹਿਲਾਂ ਨਾਲੋਂ ਐਤਕੀ 8% ਦੀ ਵੋਟਾਂ ਘੱਟ ਪਈਆਂ, ਕਿਉਂਕਿ ਪਿਛਲੀ ਵਾਰ ਆ ਜਿਹੜੀਆਂ ਉਹ ਲਗਭਗ 78% ਦੀ ਵੋਟਾਂ ਪਈਆਂ ਸੀ, 78% ਦੀ ਵੋਟਾਂ ਪੋਲ ਹੋਈਆਂ, ਐਤਕੀ 8-9% ਘੱਟ ਹੋਈਆਂ, ਪਰ ਫਿਰ ਵੀ ਜਿਵੇਂ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਈਆਂ। ਕਈ ਖੇਤਰ ਇਹੋ ਜਿਹੇ ਸੀ, ਕਈ ਹਲਕੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਵੈਰੀ ਸੈਂਸਿਟਿਵ ਕਹਿੰਦੇ ਆ, ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਨਾ ਉੱਥੇ ਕੁਛ ਨਾ ਕੁਛ ਮਾੜਾ ਵਾਪਰ ਸਕਦਾ, ਬੜੇ ਖਤਰਨਾਕ ਖੇਤਰ ਦੇ ਵਿੱਚ ਉੱਥੇ ਵਾਕਈ ਹੋ ਸਕਦੇ ਆ, ਪਰ ਇਦਾਂ ਦੀਆਂ ਖਬਰਾਂ ਘੱਟ ਆਈਆਂ। ਫਿਰੋਜ਼ਪੁਰ ਦੇ ਵੱਲ ਪਤਾ ਲੱਗਾ ਵੀ ਜੂਤ ਪਤਾਣ ਕਈ ਥਾਵਾਂ ਤੇ ਹੋਇਆ, ਬਠਿੰਡੇ ਦੇ ਵਿੱਚ ਵੀ ਹੋਣ ਦੀਆਂ ਖਬਰਾਂ ਆਈਆਂ, ਆ ਲੁਧਿਆਣੇ ਦੇ ਇੱਕ ਖੇਤਰ ਦੇ ਵਿੱਚ ਹੋਈਆਂ, ਪਰ ਫਿਰ ਵੀ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਤੇ ਮਾੜਾ ਮੋਟਾ ਜਿਹੜਾ ਖੜਕਾ ਦੜਕਾ ਹੁੰਦਾ ਤੇ ਉਹ ਹੋਇਆ, ਜਿਵੇਂ ਕਿ ਅਕਾਲੀ ਤੇ ਕਾਂਗਰਸੀ ਆਪਸ 'ਚ ਭਿੜ ਗਏ, ਆਮ ਆਦਮੀ ਪਾਰਟੀ ਵਾਲੇ ਤੇ ਭਾਜਪਾ ਦੇ ਸਮਰਥਕ ਆਪਸ 'ਚ ਭਿੜ ਗਏ, ਪਰ ਫਿਰ ਵੀ ਕੋਈ ਵੱਡੀ ਘਟਨਾ ਨਹੀਂ ਵਾਪਰੀ। ਇਹ ਚੰਗੀ ਗੱਲ ਆ। ਬਿਲਕੁਲ ਸਹੀ ਹੈ। ਭਾਈਚਾਰਕ ਸਾਂਝ ਦਾ ਤੇ ਨਹੀਂ ਲਾਉਣੀ ਚਾਹੀਦੀ, ਭਾਈਚਾਰਕ ਸਾਂਝ ਹਮੇਸ਼ਾ ਬਣੀ ਰਹਿਣੀ ਚਾਹੀਦੀ, ਕਿਉਂਕਿ ਪਿੰਡਾਂ 'ਚ ਪੱਤੀਆਂ 'ਚ ਆਂਢ ਗੁਆਂਢ 'ਚ ਅਸੀਂ ਰਹਿਣਾ। ਮੁੜ ਕੇ ਐਮਐਲਏ ਸਾਹਿਬ ਪਤਾ ਨਹੀਂ ਆਉਣਗੇ ਕਿ ਨਹੀਂ ਆਉਣਗੇ, ਜਿਨ੍ਹਾਂ ਦੇ ਹੱਕ 'ਚ ਤੁਸੀਂ ਭੁਗਤ ਰਹੇ ਹੋ ਪਤਾ ਨਹੀਂ ਮੁੜ ਕੇ ਪੁੱਛਣਗੇ ਕਿ ਨਹੀਂ ਪੁੱਛਣਗੇ, ਪਰ ਆਂਢ ਗੁਆਂਢ ਨੇ ਸਦਾ ਹੀ ਉੱਥੇ ਰਹਿਣਾ ਤੇ ਸਾਨੂੰ ਇੱਕ ਦੂਜੇ ਦੀ ਲੋੜ ਵੀ ਪੈਂਦੀ ਰਹਿਣੀ। ਬਿਲਕੁਲ ਗੱਲ ਸਹੀ ਹੈ ਤੁਹਾਡੀ। ਤੇ ਐਤਕੀ ਦੀਆਂ ਚੋਣਾਂ ਪਿਛਲੇ ਵਾਰ ਦੀਆਂ ਚੋਣਾਂ ਨਾਲੋਂ ਕਾਫੀ ਵੱਖਰੀਆਂ ਸੀ। ਬਿਲਕੁਲ ਪ੍ਰਚਾਰ ਦੇ ਪੱਖ ਤੋਂ ਉਹਨਾਂ ਦੰਗੜ ਉਨੀ ਕਾਂਵਾਂ ਰੌਲੀ ਨਹੀਂ ਹੋਈ, ਕਰੋਨਾ ਮਹਾਮਾਰੀ ਦੇ ਕਰਕੇ ਵੀ ਤੇ ਚੋਣ ਕਮਿਸ਼ਨ ਦੀਆਂ ਸਖਤੀਆਂ ਦੇ ਕਰਕੇ ਵੀ ਐਤਕੀ ਕਾਫੀ ਕੁਝ ਵੰਡਿਆ ਕਈਆਂ ਨੇ, ਪਰ ਪਿਛਲੀਆਂ ਵਾਰੀਆਂ ਦੇ ਮੁਕਾਬਲਤਨ ਥੋੜਾ ਜਿਹਾ ਘੱਟ ਵੰਡਿਆ ਗਿਆ, ਜਿੰਨਾ ਕਿ ਮੈਨੂੰ ਪਤਾ ਲੱਗਾ। ਹਾਲਾਂਕਿ ਦਾਰੂ ਕਈਆਂ ਨੇ ਮੁਫਤ ਦੇ ਵਿੱਚ ਬਹੁਤ ਢਕਾਰੀ ਆ, ਪਰ ਫਿਰ ਵੀ ਕੁਝ ਕੁ ਲੋਕਾਂ ਨੇ ਬੋਤਲਾਂ ਵਾਪਸ ਮੋੜੀਆਂ ਵੀ ਨਾ ਐਤਕੀ ਨਹੀਂ ਅਸੀਂ ਆ ਗਲਤੀ ਕਰਨੀ। ਜਿਹੜੇ ਲੋਕ ਐਤਕੀ ਵੀ ਇਹ ਗਲਤੀ ਕਰ ਗਏ ਉਹ ਹੋ ਸਕਦਾ 5 ਸਾਲਾਂ ਬਾਅਦ ਨਾ ਗਲਤੀ ਕਰਨ, ਜਾਂ ਉਹਨਾਂ ਦੇ ਅੰਦਰੋਂ ਵੀ ਆਵਾਜ਼ ਉੱਠੇ। ਸ਼ਾਇਦ ਕੁਝ ਪਤਾ ਨਹੀਂ ਹੁੰਦਾ ਬੰਦੇ ਦਾ ਕਿਹੜੇ ਪਾਸੇ ਨੂੰ ਮੋੜ ਕੱਟ ਜੇ ਸੋਚ। ਹੌਲੀ ਹੌਲੀ ਪੰਜਾਬ ਦੇ ਲੋਕ ਅਣਖ ਦੇ ਨਾਲ, ਜ਼ਮੀਰ ਦੇ ਨਾਲ, ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਵੋਟ ਦੇ ਅਧਿਕਾਰ ਦੀ ਵਰਤੋਂ ਹੋਰ ਨਿੱਠ ਕੇ ਕਰਨ ਲੱਗ ਜਾਣਗੇ। ਮੈਨੂੰ ਇਸ ਗੱਲ ਦੀ ਪੂਰੀ ਆਸ ਹੈ। ਔਰ ਇਹ ਚੰਗੀ ਗੱਲ ਵੀ ਹੈ, ਇਦਾਂ ਹੋਣਾ ਵੀ ਚਾਹੀਦਾ। ਜੱਜ ਦਾ ਵਿਚਾਰ। ਟਾਣਾ ਸਾਹਿਬ ਬਹੁਤ ਕੁਝ ਦਿਲਚਸਪ ਵੀ ਵਾਪਰਿਆ ਵੋਟਾਂ ਵਾਲੇ ਦਿਨ। ਬਹੁਤ ਸਾਰੇ ਉਮੀਦਵਾਰ ਇਹੋ ਜਿਹੇ ਸੀ ਜਿਹੜੇ ਆਪਣੇ ਆਪ ਨੂੰ ਵੋਟ ਹੀ ਨਹੀਂ ਪਾ ਸਕੇ। ਕੀ ਪਤਾ ਵੀ ਕਿਹੜੇ ਪਾਸੇ ਪਾ ਗਏ ਉਹ ਨਹੀਂ ਇਦਾਂ ਨਹੀਂ ਸੀ, ਕਿਉਂਕਿ ਐਤਕੀ ਨਾ ਡੰਡੀ ਕਿਸੇ ਹੋਰ ਦੀ, ਝੰਡੀ ਕਿਸੇ ਹੋਰ ਦੀ, ਵੋਟ ਕਿਸੇ ਹੋਰ ਦੀ ਐ ਸੀ। ਉਹ ਉਮੀਦਵਾਰ ਥੋੜੀ ਐ ਕਰਨਗੇ, ਉਹਦੇ ਪਿੱਛੇ ਕਾਰਨ ਜਦੋਂ ਆਪਣੇ ਆਪ ਨੂੰ ਨਹੀਂ ਪਾ ਸਕਿਆ ਤੇ ਕੀ ਪਤਾ ਫਿਰ ਕਿਹਨੂੰ ਪਾ ਗਿਆ। ਕੁਝ ਲੈ ਦੇ ਕੇ ਨਾ ਗੱਲ ਹੋ ਗਈ ਹੋਵੇ, ਪਤਾ ਨਹੀਂ ਕਿਹਨਾਂ ਰਲ ਗਿਆ ਹੋਊਗਾ ਅੰਦਰ ਖਾਤੇ। ਇਦਾਂ ਦੀ ਕੋਈ ਗੱਲ ਨਹੀਂ ਸੀ। ਪਰ ਹਾਸੇ ਠੱਠੇ ਵਾਲੀ ਗੱਲ ਹਾਸੇ ਠੱਠੇ ਦੇ ਵਿੱਚ ਹੈ। ਬਹੁਤ ਸਾਰੇ ਉਮੀਦਵਾਰ ਇਹੋ ਜਿਹੇ ਜਿਨ੍ਹਾਂ ਦੀ ਆਪਣੀ ਵੋਟ ਕਿਤੇ ਹੋਰ ਬਣੀ ਸੀ ਤੇ ਉਹ ਆਪਣੇ ਖੇਤਰ ਦੇ ਵਿੱਚ ਵੋਟ ਨਹੀਂ ਪਾ ਸਕੇ, ਜਿਵੇਂ ਕਿ ਬਿਕਰਮ ਸਿੰਘ ਮਜੀਠੀਆ, ਉਹਨਾਂ ਨੇ ਮਜੀਠਾ ਖੇਤਰ ਦੇ ਵਿੱਚ ਜਾ ਕੇ ਵੋਟ ਪਾਈ ਆ, ਪਰ ਅੰਮ੍ਰਿਤਸਰ ਈਸਟ ਦੇ ਵਿੱਚ ਉਹਨਾਂ ਦੀ ਵੋਟ ਹੈ ਨਹੀਂ। ਜਿਵੇਂ ਕਿ ਭਗਵੰਤ ਮਾਨ ਧੂਰੀ ਤੋਂ ਚੋਣ ਲੜ ਰਹੇ ਸੀ, ਪਰ ਉਹਨਾਂ ਨੇ ਵੋਟ ਮੋਹਾਲੀ ਖੇਤਰ ਦੇ ਵਿੱਚ ਪਾਈ ਹੈ। ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੇ, ਉਹ ਜਲਾਲਾਬਾਦ ਤੋਂ ਆਪ ਖੜੇ, ਪਰ ਵੋਟ ਉਹਨਾਂ ਨੇ ਲੰਮੀ 'ਚ ਜਾ ਕੇ ਪਾਈ ਹੈ। ਇਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਆਈਆਂ, ਕਿਉਂਕਿ ਵੱਖ-ਵੱਖ ਹਲਕਿਆਂ ਦੇ ਵਿੱਚ ਉਹ ਆਪ ਖੜੇ ਤੇ ਵੋਟ ਉਹਨਾਂ ਦੀ ਕਿਤੇ ਹੋਰ ਆ, ਇਸ ਕਰਕੇ ਉਹਨਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ ਆ। ਬੜੀ ਵਧੀਆ ਗੱਲ ਆ ਜੀ, ਬਿਲਕੁਲ। ਔਰ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਜਿਹੜੇ ਇੱਕ ਦੂਸਰੇ ਦੇ ਖਿਲਾਫ ਖੜੇ ਉਮੀਦਵਾਰ ਨੇ ਉਹਨਾਂ ਦਾ ਆਮਣਾ ਸਾਹਮਣਾ ਵੀ ਹੋਇਆ। ਟੱਕਰੇ ਆ। ਇੱਕ ਦੂਜੇ ਨੂੰ ਪਿਆਰ ਨਾਲ ਬੁਲਾਇਆ, ਚੰਗੀ ਗੱਲ ਹੈ। ਨਹੀਂ ਪਿਆਰ ਨਾਲ ਬੁਲਾਇਆ ਤੇ ਉਸ ਤੋਂ ਬਾਅਦ ਅਗਲੀ ਖਬਰ ਵੀ ਆ ਗਈ। ਪਤਾ ਲੱਗਾ ਵੀ ਅੰਮ੍ਰਿਤਸਰ ਦੇ ਵਿੱਚ, ਜਿੱਥੇ ਕਿ ਵੇਰਕਾ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਜਿੱਥੇ ਬੂਥ ਬਣਿਆ, ਉੱਥੋਂ ਬਿਕਰਮ ਸਿੰਘ ਮਜੀਠੀਆ ਬਾਹਰ ਨਿਕਲਦੇ ਸੀਗੇ, ਉਹਨਾਂ ਨੇ ਮਾਸਕ ਬੰਨਿਆ ਹੋਇਆ
ਤੇ ਜਦੋਂ ਬਾਹਰ ਨਿਕਲਦੇ ਸੀ ਤੇ ਨਵਜੋਤ ਸਿੰਘ ਸਿੱਧੂ ਉਹਦੇ ਅੰਦਰ ਵੜ ਜਾਂਦੇ ਸੀ। ਜੀ। ਆਮੋ ਸਾਹਮਣੇ ਦੋਨੋਂ ਆ ਗਏ ਇਸ ਤਰੀਕੇ ਦੇ ਨਾਲ ਐਂ ਤੇ ਬਿਕਰਮ ਸਿੰਘ ਮਜੀਠੀਆ ਨੇ ਸਤਿ ਸ਼੍ਰੀ ਅਕਾਲ ਕਹੀ, ਫਤਿਹ ਬੁਲਾਈ ਤੇ ਸਿੱਧੂ ਹੋਰਾਂ ਨੇ ਵੀ ਕਿਹਾ ਵੀ ਠੀਕ ਆ ਵਧੀਆ, ਪਰ ਫਿਰ ਬਾਅਦ ਦੇ ਵਿੱਚ ਕਹਿੰਦੇ ਮਾੜਾ ਜਿਹਾ ਮੋਢੇ ਨਾਲ ਮੋਢਾ ਵੀ ਖਿਆ ਇੰਜ ਕਰਕੇ ਤੇ ਫਿਰ ਨਿਕਲ ਗਏ ਇਹ 10 ਕਿ ਸਕਿੰਟ ਦੀ ਵੀਡੀਓ ਇੱਕ ਬੜੀ ਵਾਇਰਲ ਹੋਈ ਆ। ਤੇ ਜਿਹੜੇ ਸਮਰਥਕ ਆ ਉੱਚੀ ਉੱਚੀ ਆਪਣੇ ਵਾਲੇ ਬੰਦੇ ਦੇ ਹੱਕ ਦੇ ਵਿੱਚ ਨਾਰੇ ਲਾਉਂਦੇ ਹੋਏ ਵੀ ਸੁਣਾਈ। ਬਿਲਕੁਲ, ਇਹ ਵੀ ਗੱਲ ਅਚੰਭੇ ਵਾਲੀ ਸੀ। ਚਲੋ ਉਹਨਾਂ ਦੀ ਮਰਜ਼ੀ ਆ ਭਾਈ, ਐਂ ਆਪਾਂ ਇੱਕ ਦੂਜੇ ਨੂੰ ਚੜਾਉਣਾ ਜਾਂ ਨਹੀਂ ਚੜਾਉਣਾ, ਮੈਂ ਕਿਹਦੇ ਬਾਰੇ ਕੀ ਕਵਾਂ। ਪਰ ਉਸ ਤੋਂ ਬਾਅਦ ਸਿੱਧੂ ਸਾਹਿਬ ਨੂੰ ਇੱਕ ਪੱਤਰਕਾਰ ਨੇ ਸਵਾਲ ਕਰ ਲਿਆ, ਉਹ ਤੁਰੇ ਜਾਂਦੇ ਆ। ਪੱਤਰਕਾਰ ਕਹਿੰਦਾ ਵੀ ਅੱਜ ਬੜੇ ਲੰਮੇ ਸਮੇਂ ਬਾਅਦ ਤੁਹਾਡਾ ਆਮਣਾ ਸਾਹਮਣਾ ਹੋਇਆ, ਕੀ ਕਹੂੰਗਾ? ਲੰਡੂ ਆ ਲੰਡੂ, ਤੂੰ ਪਰੇ ਨੂੰ ਹੋ ਜਾ। ਇਹ ਕੀ ਤਰੀਕਾ ਹੋਇਆ? ਮੈਨੂੰ ਖੁਦ ਨੂੰ ਨਹੀਂ ਸਮਝ ਆਈ, ਪਤਾ ਨਹੀਂ ਬਈ। ਮੈਂ ਤਾਂ ਆਖਿਆ ਵੀ ਅੱਜ ਉਹਨਾਂ ਨਾਲ ਮੇਲ ਹੋਇਆ। ਹੁਣ ਉਹ ਕਹਿਣਗੇ, ਜਦੋਂ ਪੱਤਰਕਾਰ ਨੇ ਪੁੱਛਿਆ ਵੀ ਤੁਸੀਂ ਅੱਜ ਅਚਾਨਕ ਮਿਲੇ, ਤਾਂ ਉਹ ਕਹਿਣਗੇ ਜੀ ਉਹਨਾਂ ਨੇ ਵੀ ਗੁਰੂ ਫਤਿਹ ਬੁਲਾਈ ਹੈ ਤੇ ਮੈਂ ਵੀ ਪ੍ਰਵਾਨ ਕੀਤੀ ਹੈ। ਸਾਡਾ ਕੋਈ ਵੱਟ ਬਣਨ ਦਾ ਰੌਲਾ ਥੋੜੀ ਆ। ਅਸੀਂ ਸਿਆਸੀ ਤੌਰ ਦੇ ਉੱਤੇ ਸ਼ਰੀਕ ਹੋ ਸਕਦੇ ਹਾਂ, ਅਸੀਂ ਸਿਆਸੀ ਤੌਰ ਤੇ ਵਿਰੋਧੀ ਹਾਂ, ਪਰ ਉਹ ਵੀ ਆਪਣੇ ਪੰਜਾਬ ਦੇ ਆ, ਮੈਂ ਵੀ ਪੰਜਾਬ ਦਾ। ਉਹਨਾਂ ਦੀ ਪਾਰਟੀ ਹੋਰ ਆ, ਮੇਰੀ ਪਾਰਟੀ ਹੋਰ ਆ। ਉਹਨਾਂ ਨੇ ਫਤਿਹ ਬੁਲਾਈ, ਮੈਂ ਪ੍ਰਵਾਨ ਕੀਤੀ, ਉਹਨਾਂ ਨੇ ਸਤਿ ਸ਼੍ਰੀ ਅਕਾਲ ਕਹੀ, ਮੈਂ ਵੀ ਕਰਤੀ ਜੀ। ਜਾਂ ਫਿਰ ਇਹਦਾ ਜਵਾਬ ਸਿੱਧਾ ਸਾਦਾ ਇਹ ਵੀ ਹੋ ਸਕਦਾ ਸੀ ਵੀ ਤੁਸੀਂ ਕਹਿੰਦੇ ਵੀ ਮੈਂ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਬਾਹਰ ਆਇਆ ਤੇ ਉਹ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਆਏ, ਸੋ ਇਸ ਲਈ ਸਿਰਫ ਆਮਣਾ ਸਾਹਮਣਾ ਹੋਇਆ, ਕੋਈ ਗੱਲਬਾਤ ਨਹੀਂ ਹੋਈ। ਪਰ ਇਸ ਤਰੀਕੇ ਦੇ ਨਾਲ ਕਿਸੇ ਦੇ ਬਾਬਤ ਕੁਝ ਵੀ ਕਹਿ ਦੇਣਾ ਇਹ ਮਾੜੀ ਗੱਲ ਹੈ, ਇਦਾਂ ਹੋਣਾ ਨਹੀਂ ਚਾਹੀਦਾ। ਬਿਲਕੁਲ, ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਪਰ ਹੁਣ ਲੋਕਾਂ ਦੇ ਮਨ ਦੇ ਵਿੱਚ ਨਾ ਖਿੱਚ ਜਾਗੀ ਆ, ਜੀ ਕੌਣ ਜਿੱਤੂ ਕੌਣ ਹਾਰੂ। ਅੱਜ ਮੈਂ ਸਵੇਰ ਦੇ 6-7 ਬੰਦਿਆਂ ਨਾਲ ਗੱਲ ਕਰ ਲਈ ਆ, ਜਿਹਨੂੰ ਜਿਹੜੀ ਪਾਰਟੀ ਪਸੰਦ ਆ ਉਹ ਉਹਨੂੰ 59 ਸੀਟਾਂ ਦੇਈ ਜਾਂਦਾ। ਇਦਾਂ ਹੀ ਹੈ। ਮੈਂ ਇੱਕ ਬੰਦੇ ਨੂੰ ਪੁੱਛਿਆ, ਮੈਂ ਕਿਹਾ ਵੀ ਫਿਰ ਕੀ ਲੱਗਦਾ? ਮੈਂ ਕਿਹਾ ਇਸ ਤੋਂ ਪਹਿਲਾਂ ਕਿ ਮੈਨੂੰ ਪੁੱਛੇ ਮੈਂ ਪਹਿਲੇ ਪੁੱਛ ਲਾਂ ਵੀ ਐਤਕੀ ਕੀ ਲੱਗਦਾ। ਆਪ ਪਿੱਛੇ ਹੀ ਰਹੋ ਜੀ, ਠੀਕ ਹੈ। ਕਿਉਂਕਿ ਮੈਂ ਪਰਸੋਂ ਦਾ ਕਹਿ ਕੇ ਨਾ ਪਤਾ ਕੋਈ ਨਹੀਂ, ਮੌਕਾ ਦੱਸੂ, ਪਤਾ ਹੀ ਕੋਈ ਨਹੀਂ, ਮੌਕਾ ਦੱਸੂ। ਔਰ ਇਸ ਵਾਰ ਵਾਕਈ ਨਹੀਂ ਪਤਾ ਕੋਈ ਵੀ, ਤੇ ਥੱਕੇ ਪਏ ਆ ਗੱਲ ਕਹਿ ਕੇ। ਤੇ ਜਿਹੜਾ ਬੰਦਾ ਪੁੱਛਦਾ ਉਹ ਹਰ ਵਾਰ ਨਵੀਂ ਗੱਲ ਪੁੱਛਦਾ, ਬਾਈ ਜੀ ਕੀ ਬਣੂ, ਸੰਭਾਵਨਾ ਕੀ ਆ, ਤੁਹਾਨੂੰ ਕੀ ਲੱਗਦਾ, ਪਤਾ ਨਹੀਂ, ਮੌਕਾ ਦੱਸੂ, ਪਤਾ ਹੀ ਕੋਈ ਨਹੀਂ, ਮੌਕਾ ਦੱਸੂ। ਮੈਂ ਤਾਂ ਐ ਕਰਦਾ ਕਰਦਾ ਬੁੱਢਾ ਹੋ ਚੱਲਿਆ। ਹੁਣ ਤੁਸੀਂ ਨਾ ਗੱਲ 'ਚ ਤਖਤੀ ਲੈ ਕੇ ਪਾ ਲਓ, ਪਤਾ ਕੋਈ ਨਹੀਂ, ਮੌਕਾ ਹੀ ਦੱਸੋ ਕਿਹਦੀ ਸਰਕਾਰ ਬਣੂ। ਇੱਕ ਵਾਰ ਨਾ ਜਗਦੇਵ ਸਿੰਘ ਜੱਸੋਵਾਲ ਬਾਪੂ ਜੀ ਬਿਮਾਰ ਹੋ ਗਏ, ਹਾਂਜੀ, ਤੇ ਜਿਹੜਾ ਵੀ ਬੰਦਾ ਪਤਾ ਲੈਣ ਆਇਆ ਕਰੇ ਤੇ ਉਹ ਸਿਆਸੀ ਗੱਲਾਂ ਕਰਨ ਲੱਗ ਜਾ ਕਰੇ। ਤੇ ਉਹਨਾਂ ਨੇ ਨਾ ਆਪਦੇ ਮਗਰਲੇ ਪਾਸੇ ਇੱਕ ਵਰਕੇ ਦੇ ਉੱਤੇ 3-4 ਸਿਆਸੀ ਨੇਤਾਵਾਂ ਦੇ ਫੋਨ ਨੰਬਰ ਲਿਖ ਲਏ। ਹਾਂਜੀ, ਉਹ ਆਇਆ ਤਾਂ ਕਰਨ ਲੋਕ ਪਤਾ ਲੈਣ ਦੇ ਲਈ, ਤੇ ਉਦੋਂ ਵੀ ਵਿਧਾਨ ਸਭਾ ਦੀਆਂ ਚੋਣਾਂ ਕਹਿੰਦੇ ਸਿਰ ਤੇ ਸੀ। ਤੇ ਬੰਦਾ ਪੁੱਛਣ ਲੱਗਾ ਯਾਰ ਐਤਕੀ ਫਿਰ ਤੁਹਾਡੇ ਖਿਆਲ 'ਚ ਕੌਣ ਜਿੱਤੂ? ਉਹ ਕਹਿੰਦਾ ਕਰਨ ਮਗਰਲੇ ਪਾਸੇ ਨੰਬਰ ਲਿਖਿਆ, ਉਹਨੂੰ ਫੋਨ ਕਰਕੇ ਪੁੱਛ ਲਾ। ਚਾਹੀਦਾ ਤੇ ਇਦਾਂ ਹੀ ਆ, ਹੁਣ ਕੀ ਦੱਸੇ ਬੰਦਾ ਵਾਰ-ਵਾਰ। ਵੀ ਹਮੇਸ਼ਾ ਹੀ ਉਹ ਗੱਲ, ਹਰ ਵਾਰ ਆਪਾਂ ਇਹ ਗੱਲ ਕਹਿੰਦੇ ਵੀ ਕੌਣ ਜਿੱਤੂ ਕੌਣ ਜਿੱਤੂ। ਕੋਈ ਵੀ ਜਿੱਤੇ ਪੰਜਾਬ ਨਾ ਹਾਰੇ ਜੀ, ਕੋਈ ਵੀ ਜਿੱਤੇ ਵੋਟਰ ਨਾ ਹਾਰੇ। ਬਸ ਇਹਦੇ ਵੱਲ ਸਾਡਾ ਧਿਆਨ ਕੇਂਦਰਿਤ ਹੋਣਾ ਚਾਹੀਦਾ, ਕਿਉਂਕਿ ਅੱਜ ਤੱਕ ਉਹਨਾਂ ਦਾ ਬਹੁਤ ਕੁਝ ਬਣਦਾ ਆਇਆ ਪਰ ਵੋਟਰਾਂ ਦਾ ਕੁਝ ਨਹੀਂ ਬਣਿਆ। ਜਿਹੜੇ ਲੋਕਾਂ ਨੇ ਐਤਕੀ ਆਪਦੀਆਂ ਇੱਛਾਵਾਂ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਵੋਟ ਪਾਈ ਆ, ਉਹ ਜਿੱਤਣ ਹਾਰਨ ਦਾ ਫਿਕਰ ਕਰ ਸਕਦੇ ਆ। ਪਰ ਜਿਹੜੇ ਨੇ ਬੰਦੇ ਨੇ ਇਹ ਗੱਲ ਕਹੀ ਆ, ਬਦਲਾ ਆਉਂ ਪੱਕਾ ਆਉਂ ਐਤਕੀ ਦਾ ਆਉਂ ਆ, ਉਹਨੂੰ ਕੋਈ ਹੱਕ ਨਹੀਂ ਜਾਂਦਾ। ਇਹਨੂੰ ਨਾ ਉਹ ਸਾਰੀ ਵੀਡੀਓ ਚੇਤੇ ਆ ਜਾਂਦੀ ਆ ਵੀ ਪੱਤਰਕਾਰ ਗਏ ਇੱਕ ਥਾਂ ਤੇ, ਉੱਥੇ 5-7 ਬੰਦੇ ਬੈਠੇ ਆ। ਉਹ ਪੱਤਰਕਾਰ ਕਹਿੰਦਾ ਜੀ ਐਤਕੀ ਵੋਟ ਕਿਹਨੂੰ ਪਾਉਂਗੇ? ਉਹ ਕਹਿੰਦਾ ਜੀ ਮੈਂ ਫਲਾਣੇ ਨੂੰ ਪਾਉਂ। ਤੁਸੀਂ ਕਿਹਨੂੰ ਪਾਓਗੇ? ਉਹ ਕਹਿੰਦਾ ਬਦਲਾ ਆਊਗਾ। ਤੁਸੀਂ ਕਿਹਨੂੰ ਪਾਓਗੇ? ਨਾ ਫਲਾਣੇ ਨੂੰ ਪਾਊਂਗਾ। ਉਹ ਬੰਦਾ ਇੱਕ ਜਰਦਾ ਮਿਲੀ ਜਾਂਦਾ ਹੈ, ਉਹਨਾਂ ਤੁਸੀਂ ਕਿਹਨੂੰ ਪਾਓਗੇ? ਪੱਕਾ ਬਦਲਾ ਲਿਆਵਾਂ। ਮੈਂ ਕਿਹਾ ਜਰਦਾ ਤਾਂ ਬਦਲ ਲਾ। ਜੱਜ ਦਾ ਵਿਚਾਰ। ਹਰਮਨ ਜੀ, ਜੋਤਸ਼ੀਆਂ ਦੇ ਵੱਲ ਹੁਣ ਵਹੀਰਾਂ ਕੱਤ ਕੇ ਤੁਰ ਪਏ ਆ ਰਾਜਨੀਤਿਕ ਲੋਕ, ਤੇ ਉਹਨਾਂ ਨੇ ਵੀ ਕਿਹੜਾ ਇਹ ਗੱਲ ਕਹਿਣੀ ਆ ਵੀ ਔਖਾ ਤੇਰਾ ਕੰਮ। ਉਹਨਾਂ ਨੇ ਕਹਿਣਾ ਬਸ 10 ਤਰੀਕ ਆ ਜਾਣ ਦਿਓ, ਇੱਕ ਐਸਾ ਚਮਤਕਾਰ ਹੋਊਗਾ, ਇਧਰਲੇ ਗ੍ਰਹਿ ਨੂੰ ਮੈਂ ਦੇ ਕੇ ਨਾ ਪੁਆਂਟਣੀ, ਜਦੋਂ ਇਧਰ ਨਹੀਂ ਘੁਮਾਇਆ ਪਰਲੇ ਪਾਸੇ ਦੀ, ਵੀ ਐ ਤਾਂ ਉਹਨਾਂ ਨੇ ਕਹਿਣਾ ਕਦੇ ਆਟੋ ਵੀ ਨਹੀਂ ਘੁੰਮਿਆ ਜਿਵੇਂ ਮੈਂ ਗ੍ਰਹਿ ਘੁਮਾ ਲੈਣਾ। ਸੋ ਹੁਣ ਸਾਰੇ ਜਿਹੜੇ ਆ ਨੇਤਾ ਉਹ ਜਾਣਗੇ ਵੱਖ-ਵੱਖ ਜੋਤਸ਼ੀਆਂ ਦੇ ਵੱਲ, ਕੋਈ ਤਾਂ ਚੱਲਿਆ ਗਿਆ ਪਹਾੜੀਆਂ ਦੇ ਵੱਲ ਤੇ ਕੋਈ ਜਾਊਗਾ, ਕੋਈ ਆਪਦੇ ਹੁਣ ਨਾਨਕੇ ਚਲਾ ਗਿਆ, ਕੋਈ ਬਾਹਰਲੇ ਮੁਲਕ ਵੱਲ ਜਾਊਗਾ, ਕੋਈ ਕਿਵੇਂ। ਪਰ ਐਤਕੀ ਹੁਣ ਜੋਤਸ਼ੀਆਂ ਦਾ ਸਹਾਰਾ ਬੜਾ ਲਿਆ ਜਾਣਾ। ਹੁਣ ਬਸ ਗੱਡੀਆਂ ਘੂਕਾਂ ਪਾਉਣੀਆਂ ਜਾਣਗੀਆਂ ਵੱਖ-ਵੱਖ ਜੋਤਸ਼ੀਆਂ ਦੇ ਵੱਲ। ਬਿਲਕੁਲ ਸਹੀ ਹੈ। ਤੁਸੀਂ ਵੇਖੋ ਜੋਤਸ਼ੀ ਜਿਹੜੇ ਬੂਬਣੇ ਨੇ ਨਾ, ਉਹਨਾਂ ਨੇ ਤਾਂ ਕੱਲ ਦਾ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਵੋਟਾਂ ਤੋਂ ਬਾਅਦ ਦਾ ਹੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਭਾਈ ਐ ਹੋ ਜਾਣਾ, ਆ ਇਦਾਂ ਬਦਲ ਜਾਣਾ, ਆ ਇਦਾਂ ਬਦਲ ਜਾਣਾ। ਤੁਸੀਂ ਵੇਖੀ ਜਾਓ, ਸਰਕਾਰ ਤਾਂ ਅਸੀਂ ਹੀ ਬਣਾ ਦੇਣੀ ਹੈ। ਰੌਲਾ ਪੂਰਾ ਜ਼ੋਰਾਂ ਦੇ ਨਾਲ ਪੈ ਰਿਹਾ ਟਣਾ ਸਾਹਿਬ। ਔਰ ਤੁਸੀਂ ਵੇਖੀ ਜਾਓ, ਜਿਵੇਂ 10 ਤਰੀਕ ਨੇੜੇ ਆਉਣੀ ਹੈ ਨਾ, ਤਿਵੇਂ ਉਧਰ ਨੂੰ ਗੱਡੀਆਂ
ਦੀ ਗਿਣਤੀ ਜਿਹੜੀ ਉਹ ਵੱਧ ਜਾਣੀ ਹੈ। ਪੁੱਛਿਆ ਜਾਊਗਾ ਵੀ ਕਿਹੜਾ ਨਗ ਪਾ ਲਈਏ, ਕਿਹੜਾ ਉਪਾਅ ਕਰ ਲਈਏ, ਕੀ ਕਰ ਲਈਏ ਕਿ ਜਿਹਦੇ ਨਾਲ ਬਸ ਕੁਰਸੀ ਨੂੰ ਹੱਥ ਪੈ ਜਾਵੇ। ਸਹੀ, ਬਿਲਕੁਲ ਜੀ। ਤੇ ਇੱਕ ਵੈਸੇ ਸੋਚਣ ਤੇ ਸਮਝਣ ਤੇ ਵਿਚਾਰਨ ਵਾਲੀ ਗੱਲ ਇਹ ਆ ਵੀ ਜੇਕਰ ਇਹ ਇਦਾਂ ਜਿਤਾਉਣ ਦੇ ਸਮਰੱਥ ਹੋਣ ਤਾਂ ਫਿਰ ਇਹ ਤੁਹਾਨੂੰ ਕਿਉਂ ਜਿਤਾਉਣ, ਫਿਰ ਇਹ ਆਪ ਹੀ ਕਿਉਂ ਨਾ ਜਿੱਤ ਜਾਣ, ਬਿਲਕੁਲ ਇਹ ਆਪ ਹੀ ਟਿਕਟ ਕਿਉਂ ਨਾ ਲੈ ਲੈਣ, ਇਹ ਆਪ ਹੀ ਕਿਉਂ ਨਾ ਰਿਕਾਰਡ ਤੋੜ ਜਿੱਤ ਹਾਸਲ ਕਰਨ। ਨਹੀਂ, ਇਦਾਂ ਨਹੀਂ ਹੁੰਦਾ। ਜੀ ਬਿਲਕੁਲ। ਲੋਕਾਂ ਦੇ ਦਿਲ ਜੇਕਰ ਜਿੱਤੇ ਹੁਣ ਤਾਂ ਫਿਰ ਕੱਟੇ ਦਾਨ ਕਰਨ ਦੀ ਲੋੜ ਨਹੀਂ ਪੈਂਦੀ। ਹਾਂ, ਲੋਕਾਂ ਦੇ ਦਿਲ ਜਿੱਤਣ ਦੀ ਲੋੜ ਆ, ਫਿਰ ਐਂ ਜੇਕਰ ਡਿੰਗ 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 ਫੂ ਆ ਕੁਛ ਕਰਨ ਦੀ ਲੋੜ ਨਹੀਂ ਪੈਂਦੀ। ਜੀ ਹਾਂ, ਬਿਲਕੁਲ ਸਹੀ ਹੈ। ਲੋਕਾਂ ਦੇ ਦਿਲ ਜਿੱਤੇ ਹੋਣ ਤਾਂ ਤੁਹਾਨੂੰ ਵਾਰ-ਵਾਰ ਆਪਣਾ ਨਾਂ, ਆਪਣੇ ਆਪ ਬਾਰੇ, ਆਪਣੇ ਕੰਮਾਂ ਬਾਰੇ ਦੱਸਣ ਦੀ ਲੋੜ ਨਹੀਂ ਪੈਂਦੀ। ਲੋਕ ਦੱਸਦੇ ਨੇ ਵੀ ਭਾਈ ਸਾਹਿਬ ਤੁਸੀਂ ਆਹ ਕੰਮ ਭੁੱਲ ਗਏ, ਤੁਸੀਂ ਸਾਡਾ ਵੀ ਸਵਾਰਿਆ ਸੀ। ਬਿਲਕੁਲ ਸਹੀ ਗੱਲ ਆ। ਹੈ ਨਾ, ਇਹ ਅਸੀਂ ਕਦੀ ਮੌਕਾ ਹੀ ਨਹੀਂ ਦਿੱਤਾ ਵੋਟਰਾਂ ਨੂੰ। ਕਦੇ ਇਹ ਮੌਕਾ ਹੋਇਆ ਵੀ ਕਿਸੇ ਵੋਟਰ ਨੇ ਇਹ ਕਿਹਾ ਹੋਏ ਵੀ ਜਨਾਬ ਤੁਸੀਂ ਆਹ ਕੰਮ ਦੇ ਬਾਰੇ ਚ ਜ਼ਿਕਰ ਕਰਨਾ ਭੁੱਲ ਗਏ, ਤੁਸੀਂ ਸਾਡੇ ਲਈ ਆਹ ਕੁਝ ਵੀ ਕੀਤਾ ਸੀ। ਤੇ ਇੱਕ ਮੇਰੀ ਬੇਨਤੀ ਆ ਪੰਜਾਬੀ ਭੈਣਾਂ ਵੀਰਾਂ ਨੂੰ ਕਿ ਤੁਸੀਂ ਗਲਤੀਆਂ ਐਤਕੀ ਫਿਰ ਕੀਤੀਆਂ, ਮੈਂ ਵੀ ਕੀਤੀਆਂ, ਮੈਂ ਵੀ ਤੁਹਾਡੇ ਵਿੱਚੋਂ ਹੀ ਆ, ਕਿਉਂਕਿ ਆਪਾਂ ਸਾਰੇ ਇੱਕ ਪਰਿਵਾਰ ਦੇ ਮੈਂਬਰ ਹੀ ਆ। ਐਤਕੀ ਵੀ ਤੁਸੀਂ ਆਪਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਵਿੱਚ ਲਿਖ ਕੇ ਨਹੀਂ ਲਿਆ ਉਮੀਦਵਾਰਾਂ ਦੇ ਕੋਲੋਂ ਕਿ ਜੋ ਸਾਡੇ ਮੁਹੱਲੇ ਦੇ ਲਈ, ਸਾਡੇ ਪਿੰਡ ਲਈ, ਸਾਡੇ ਹਲਕੇ ਦੇ ਲਈ ਚੰਗੇ ਕੰਮ ਕਰਨ ਦੇ ਵਾਅਦੇ ਕਰਦੇ ਆ, ਇਹ ਕਿੰਨੀ ਦੇਰ ਦੇ ਵਿੱਚ ਵਾਅਦੇ ਪੂਰੇ ਕਰ ਦਿਓਗੇ। ਉਹਨਾਂ ਨੇ ਵਾਅਦੇ ਕਰ ਲਏ, ਤੁਸੀਂ ਮੰਨ ਗਏ। ਕੁਝ ਕੁ ਪਿੰਡ ਇਹੋ ਜਿਹੇ ਆ, ਜਿਵੇਂ ਕਿ ਮੇਰਾ ਖਿਆਲ ਖੀਵਾ ਕਲਾਂ ਪਿੰਡ ਆ ਮਾਨਸੇ ਦੇ ਵੱਲ, ਉੱਥੋਂ ਦੀ ਪੰਚਾਇਤ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਲਿਖਤੀ ਤੌਰ ਤੇ ਦਿਓ ਵੀ ਸਾਡੇ ਆਹ 10-11 ਮਸਲੇ ਕੌਣ ਹੱਲ ਕਰੂ, ਤੇ ਜਿਹੜਾ ਸਾਨੂੰ ਲਿਖ ਕੇ ਦੇਊਗਾ ਤੇ ਅਸੀਂ ਉਹਨੂੰ ਵੋਟ ਪਾਵਾਂਗੇ। ਤੇ ਫਿਰ ਇਦਾਂ ਲਿਖ ਕੇ ਦੇਣਾ ਵੀ ਪਿਆ। ਕੁਝ ਕੁ ਹੋਰ ਥਾਵਾਂ ਤੋਂ ਇਹੋ ਜਿਹੀਆਂ ਖਬਰਾਂ ਆਈਆਂ, ਪਰ ਬਹੁਤੀਆਂ ਥਾਵਾਂ ਤੋਂ ਇਹੋ ਜਿਹੀਆਂ ਖਬਰਾਂ ਨਹੀਂ ਆਈਆਂ। ਉਹ ਕਹਿ ਗਏ, ਆਪਾਂ ਮੰਨ ਗਏ। ਤੇ ਜੇਕਰ ਜਿੱਤ ਗਿਆ ਉਹਨਾਂ ਦੇ ਵਿੱਚੋਂ ਜਿਹਨੇ ਵਾਅਦਾ ਕੀਤਾ, ਹੁਣ 4.5 ਸਾਲ ਉਡੀਕੀ ਜਾਇਓ ਵੀ ਕਦੋਂ ਆਊਗਾ, ਜਦੋਂ ਆਊਗਾ ਫਿਰ ਵੇਖਨੇ ਆ ਕੀ ਬਣਦਾ। ਉਹਨੇ ਵੀ ਕਹੀ ਜਾਣਾ ਮੈਂ ਵਾਅਦਾ ਕੀਤਾ ਪੂਰਾ ਕਰੂੰਗਾ, ਇਉਂ ਥੋੜੀ ਕਿ ਮੈਂ ਕਿੰਨੇ ਚਿਰ ਪੂਰਾ ਕਰੂੰਗਾ। ਨਾਲੇ ਗੱਲ ਇਹ ਹੈ ਕਿ ਹੁਣ ਤਾਂ ਟੈਣਾ ਸਾਹਿਬ ਪਛਤਾਉਣ ਦਾ, ਹੁਣ ਤਾਂ ਕੁਝ ਵੀ ਸੋਚਣ ਦਾ ਵੇਲਾ ਹੀ ਨਹੀਂ ਗਿਆ। ਹੁਣ ਅਸੀਂ 5 ਸਾਲਾਂ ਦਾ ਫੈਸਲਾ ਕਰ ਚੁੱਕੇ ਹਾਂ। ਹੁਣ ਤਾਂ ਬਸ ਉਹਨਾਂ ਦੇ ਹੱਥ ਹੈ ਜਿਹੜੇ ਜਿੱਤਣਗੇ, ਵੀ ਉਹਨਾਂ ਨੇ ਅਗਲੇ 5 ਸਾਲ ਸਾਡੇ ਨਾਲ ਕੀ ਕੀ ਕਰਨਾ। ਤੇ ਆਖਰੀ ਮੌਕੇ ਤੱਕ 2 ਘੰਟੇ ਪਹਿਲਾਂ ਤੱਕ ਕਈ ਬੰਦੇ ਪੁੱਛਦੇ ਰਹੇ ਆ, ਬਾਈ ਜੀ ਵੋਟ ਫਿਰ ਕਿਹਨੂੰ ਪਾਈਏ। ਵੀਰ ਜੀ ਹੁਣ ਆ ਵੀ ਦੱਸਣ ਵਾਲੀ ਗੱਲ ਆ ਜੀ, ਇਹ ਵੀ ਅਸੀਂ ਦੱਸੀਏ ਵੀ ਵੋਟ ਕਿਹਨੂੰ ਪਾਈਏ। ਯਾਰ ਆਪਾਂ ਬੰਦੇ ਨੂੰ ਵੇਖ ਕੇ ਜਿਹਨੇ ਵੀ ਚੰਗਾ ਕੰਮ ਕੀਤਾ ਉਹਨੂੰ ਪਾਉਣੀ ਚਾਹੀਦੀ ਸੀ, ਸ਼ਾਇਦ ਪਾਈ ਵੀ ਹੋਵੇ। ਜਿਨ੍ਹਾਂ ਨੇ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਵੋਟ ਪਾਈ ਆ, ਧੰਨਵਾਦ ਆ। ਤੇ ਜਿਨ੍ਹਾਂ ਨੇ ਨਹੀਂ ਪਾਈ ਤੇ ਭਾਈ ਭੁਗਤਿਓ ਹੁਣ। ਬਿਲਕੁਲ ਸਹੀ ਹੈ, ਨਾਲੇ ਤੁਸੀਂ ਭੁਗਤਿਓ, ਨਾਲੇ ਤੁਹਾਡੀਆਂ ਪੀੜ੍ਹੀਆਂ, ਤੁਹਾਡੇ ਜਿਹੜੇ ਬੱਚੇ ਨੇ ਉਹ ਭੁਗਤਣਗੇ ਤੁਹਾਡੀਆਂ ਕੀਤੀਆਂ ਹੋਈਆਂ। ਕਹਿੰਦੇ ਇੱਕ ਘਰ ਦੇ ਵਿੱਚ ਲੜਾਈ ਪੈ ਗਈ, ਕਾਹਦੇ ਲਈ? ਇੱਕ ਪਾਰਟੀ ਦਾ ਉਮੀਦਵਾਰ ਬਹੁਤ ਉਹਨੇ ਤਾਮਝਾਮ ਖੜਾ ਕੀਤਾ, ਬੜੇ ਉਹਨੇ ਪੈਸੇ ਟਕੇ ਲਾਏ, ਤੇ ਉਹਨੇ ਆਪਦੀ ਵੋਟੀ ਨੂੰ ਜਦੋਂ ਪੋਲਿੰਗ ਬੂਥ ਦੇ ਵਿੱਚੋਂ ਬਾਹਰ ਨਿਕਲੀ, ਕਹਿੰਦਾ ਕਿਹਨੂੰ ਵੋਟ ਪਾਈ ਆ, ਕਹਿੰਦੀ ਆਪ ਨੂੰ ਹੀ। ਤੇ ਉਸ ਰੌਲਾ ਪੈ ਗਿਆ। ਉਹ ਕਹਿੰਦੀ ਉਹ ਆਪ ਨੂੰ ਨਹੀਂ, ਕਹਿੰਦਾ ਮੈਨੂੰ ਸਭ ਪਤਾ, ਤੂੰ ਆਪ ਨੂੰ ਕਿਹਾ, ਤੂੰ ਅੰਦਰੋਂ ਰਲੀ ਹੋਈ ਸੀ, ਤੂੰ ਅੰਦਰੋਂ ਰਲੀ ਗਈ ਆ। ਕਹਿੰਦੀ ਨਹੀਂ ਨਹੀਂ ਆਪ ਜੀ ਨੂੰ, ਹੁਣ ਮੈਂ ਤੈਨੂੰ ਕਹਾਂ ਵੀ ਤੂੰ ਮੇਰੇ ਮੂਹਰੇ ਖੜਾ, ਤੈਨੂੰ ਪਾਈ ਆ। ਕਹਿੰਦੀ ਮੈਂ ਸਤਿਕਾਰ ਦਿੱਤਾ, ਕਹਿੰਦਾ ਮੈਨੂੰ ਸਭ ਪਤਾ। ਮੈਂ ਸਭ ਕੋਈ ਨਿਤ ਨਹੀਂ ਕਿਸੇ ਦਾ। ਗੱਲ ਸਹੀ ਹੈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚੱਜ ਦਾ ਵਿਚਾਰ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟੈਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਬਿਲਕੁਲ ਜੀ। ਇੱਕ ਤਾਂ ਗੱਲ ਇਹ ਆ ਬਈ ਮੈਂ ਨਾ ਸਵੇਰੇ 6-7 ਵੱਡੇ ਨੇਤਾਵਾਂ ਦੇ, ਵੱਖ-ਵੱਖ ਪਾਰਟੀਆਂ ਦੇ ਵੱਡੇ ਨੇਤਾ ਜਿਹੜੇ, ਉਹਨਾਂ ਦੇ ਬਿਆਨ ਪੜ੍ਹ ਕੇ ਹਟਿਆ। ਅੱਛਾ ਜੀ। ਕੋਈ ਮੰਨਦਾ ਹੀ ਨਹੀਂ। ਉਹ ਕਹਿੰਦੇ ਵੀ ਦੇਖੋ ਅਸੀਂ ਜੋ ਵਿਕਾਸ ਦੀ ਗੱਲ ਕੀਤੀ, ਲੋਕਾਂ ਨੇ ਉਹਦੇ ਤੇ ਪ੍ਰਵਾਨਗੀ ਦੀ ਮੋਹਰ ਲਾਈ, ਐਤਕੀ ਇਤਿਹਾਸ ਸਿਰਜਿਆ ਜਾਣਾ, ਸਾਡੀ ਜਿੱਤ ਪੱਕੀ। ਮੈਂ ਨਾਲ ਦੇ ਸਫੇ ਤੇ ਦੂਜੇ ਦਾ ਪੜ੍ਹਿਆ, ਉਹ ਕਹਿੰਦਾ ਜੋ ਵਿਕਾਸ ਅਸੀਂ ਕੀਤਾ ਉਹਨੂੰ ਲੋਕ ਅੱਜ ਵੀ ਚੇਤੇ ਦੇ ਵਿੱਚ ਵਸਾਰ ਨਹੀਂ ਸਕੇ, ਸਾਡੀ ਜਿੱਤ ਪੱਕੀ। ਫਿਰ ਪੜ੍ਹਿਆ, ਉਹ ਕਹਿੰਦੇ ਜੇਕਰ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਪੰਜਾਬ ਦੇ ਲੋਕਾਂ ਨੂੰ ਮਹੱਤਵਪੂਰਨ ਫੈਸਲਾ ਕਰਨਾ ਪੈਣਾ ਸੀ। ਉਹਨਾਂ ਨੇ ਮਹੱਤਵਪੂਰਨ ਫੈਸਲਾ ਕਰ ਲਿਆ। ਫਤਵਾ ਸਾਡੇ ਹੱਕ ਦੇ ਵਿੱਚ ਹੈ, 10 ਤਰੀਕ ਉਡੀਕਦੇ ਹਾਂ, ਜਿੱਤ ਸਾਡੀ ਪੱਕੀ। ਇੱਕ ਹੋਰ ਨਾਲ ਉਹ ਕਹਿੰਦਾ ਜਿੱਤ ਸਾਡੀ ਪੱਕੀ। ਸਾਰਿਆਂ ਦੀ ਜਿੱਤ ਪੱਕੀ, ਸਾਰਿਆਂ ਦੀ ਜਿੱਤ ਪੱਕੀ, ਤੁਸੀਂ ਸਾਰੇ ਜਿੱਤ ਗਏ। ਬਿਲਕੁਲ, ਪਰ ਲੋਕ ਨਾ ਹਾਰਨ। ਤਾੜੀਆਂ, ਤੁਸੀਂ ਜਿੱਤ ਗਏ। ਲੋਕ ਨਾ ਹਾਰਨ, ਤੁਸੀਂ ਜਿੱਤੋ ਭਾਈ, ਜਮ ਜਿੱਤੋ ਤੁਸੀਂ, ਸਾਨੂੰ ਕੋਈ ਸਮੱਸਿਆ ਨਹੀਂ, ਪਰ ਕੋਸ਼ਿਸ਼ ਕਰਿਓ ਕਿ ਐਤਕੀ ਲੋਕ ਨਾ ਹਾਰਨ। ਬਿਲਕੁਲ ਸਹੀ ਗੱਲ ਆ। ਪਰ ਅੱਜ ਮੈਂ ਸਵੇਰੇ ਸਵੇਰੇ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਿਆਨ ਪੜ੍ਹਿਆ। ਉਹ ਕਹਿੰਦੇ ਦੇਖੋ ਗੱਲ 100 ਹੱਥ ਰੱਸਾ ਸਿਰੇ ਤੇ ਗੰਢ। ਅੱਛਾ ਜੀ। ਕਹਿੰਦੇ ਵੀ ਗੌਰ ਨਾਲ ਮੇਰੀ ਗੱਲ ਸੁਣ ਲਿਓ, ਵਾਰ-ਵਾਰ ਮੈਂ ਉਹ ਗੱਲ ਦੁਹਰਾਉਣੀ ਨਹੀਂ। ਇਹ ਕੋਈ ਚੰਨੀ ਸਿੱਧੂ ਜਿੱਤਣ ਵਾਲੀ ਗੱਲ ਨਹੀਂ। ਇਹ ਦੋਨਾਂ ਨੇ ਕੀਤਾ ਕੀ ਆ? ਕੁਛ ਨਹੀਂ ਕੀਤਾ ਇਹਨਾਂ ਨੇ। ਉਹ ਕਹਿੰਦੇ ਜੋ ਮੈਂ ਮਿਹਨਤ ਕੀਤੀ, ਮੈਂ 4.5 ਸਾਲ ਪੰਜਾਬ ਦੇ ਵਿੱਚ ਦਿਨ ਰਾਤ ਇੱਕ ਕਰਤਾ। ਸ਼ੇਰਾ ਸਾਰਾ ਚਲੀ ਨੂੰ ਦੇਈ ਜਾਂਦੇ ਆ। ਇਹ ਕੋਈ ਗੱਲ ਥੋੜੀ ਆ। ਉਹ ਨੇ ਜੋ ਮੈਂ ਕੰਮ ਕਰਕੇ ਦਿਖਾਇਆ, ਐਪਰੀਸ਼ੀਏਟ ਕਰਨਾ ਚਾਹੀਦਾ ਲੋਕਾਂ ਨੂੰ, ਤੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਵੀ ਆ।
ਇਹ ਗੱਲਾਂ ਉਹਨਾਂ ਨੇ ਕਿੱਥੇ ਬੈਠ ਕੇ ਕੀਤੀਆਂ? ਪੱਤਰਕਾਰ ਦੇ ਨਾਲ। ਅੱਛਾ, ਤੇ ਉੱਥੇ ਬੇਰੋਜ਼ਗਾਰ ਅਧਿਆਪਕ ਨਹੀਂ ਆਏ? ਨਹੀਂ, ਉੱਥੇ ਕੋਈ ਨਹੀਂ ਆਇਆ, ਸਾਰੇ ਜਾਣੇ ਕੱਲ ਵੋਟਾਂ ਪਾਉਣ ਤੇ ਪਵਾਉਣ ਦੇ ਵਿੱਚ ਮਸਰੂਫ ਸੀ। ਅੱਛਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਹੀਆਂ ਗੱਲਾਂ, ਹਾਂ, ਇਹ ਲੋਕ ਕਿਵੇਂ ਮਹਿਸੂਸ ਕਰਦੇ ਆ ਤੇ ਪੰਜਾਬ ਲੋਕ ਕਾਂਗਰਸ ਨੂੰ ਕਿੰਨੀਆਂ ਕੁ ਵੋਟਾਂ ਪਾਉਂਦੇ ਆ, ਇਹ ਹੁਣ ਸਮਾਂ ਬਿਆਨ ਕਰੂਗਾ। ਪਰ ਸਾਰੀ ਇਹ ਗੱਲ ਕਹਿੰਦੇ ਆ ਕਿ ਅਸੀਂ ਬਹੁਤ ਕੁਝ ਕੀਤਾ, ਫਲਾਣੇ ਨੇ ਬਿਲਕੁਲ ਨਹੀਂ ਕੀਤਾ, ਅਸੀਂ ਬਾਲਾ ਕੁਝ ਕੀਤਾ, ਉਹਨੇ ਨਹੀਂ ਕੀਤਾ। ਉੱਥੇ ਹੀ ਮੁੱਕਦੀ ਹੈ ਟਾਣਾ ਸਾਹਿਬ। ਜੇ ਤੁਸੀਂ ਕੀਤਾ ਜਾਂ ਤੁਸੀਂ ਨਹੀਂ ਕੀਤਾ, ਇਹਦਾ ਫੈਸਲਾ ਲੋਕ ਸੁਣਾ ਚੁੱਕੇ ਨੇ। 10 ਤਰੀਕ ਨੂੰ ਪਤਾ ਲੱਗ ਜਾਊਗਾ ਕਿ ਲੋਕਾਂ ਨੂੰ ਕਿਹਦੇ ਕੰਮ ਚੰਗੇ ਲੱਗੇ ਤੇ ਕਿਹਦੇ ਨਹੀਂ ਲੱਗੇ। ਸਾਡੇ ਵੱਲੋਂ ਤੁਸੀਂ ਜਿੱਤੋ, ਸਾਡੇ ਵੱਲੋਂ ਤੁਸੀਂ ਹਾਰੋ, ਹੁਣ ਤਾਂ ਅਸੀਂ ਫੈਸਲਾ ਕਰ ਚੁੱਕੇ ਹਾਂ, ਹਨਾ। ਇੱਕ ਵੋਟ ਜਿਹੜੀ ਆ ਉਹ ਟੀ ਮਸ਼ੀਨ ਦੀ ਅਸੀਂ ਕਰਾਤੀ ਹੈ। ਬਸ ਇਹ ਆਸ ਕਰਦੇ ਆ ਕਿ ਇਹ ਟੀ ਸਾਡੀਆਂ ਚੀਕਾਂ 'ਚ ਤਬਦੀਲ ਨਾ ਹੋਵੇ। ਅਸੀਂ ਇਹ ਸਾਨੂੰ ਐ ਨਾ ਲੱਗੇ ਵੀ ਸਾਡੀਆਂ ਚੀਕਾਂ ਹੀ ਸੀ ਜਿਹੜੀਆਂ ਅਸੀਂ ਸੁਣੀਆਂ ਸੀ। ਸੋ ਇਸ ਲਈ ਲੋਕਾਂ ਨੇ ਫੈਸਲਾ ਸੁਣਾਤਾ। ਜੇ ਤੁਸੀਂ ਕੰਮ ਕੀਤੇ ਨੇ, ਨਤੀਜੇ ਸਾਹਮਣੇ ਹੁਣ ਜਿਹੜੇ ਤੁਹਾਡੀਆਂ ਕੰਨਾਂ ਦੇ ਉੱਤੇ ਪੋਸਟਰ ਲੱਗੇ ਆ, ਜਿਹੜੇ ਬਹੁਤ ਵੱਡੇ ਬੋਰਡ ਲੱਗੇ ਆ, ਜਿਹੜੀਆਂ ਵੱਖ-ਵੱਖ ਥਾਵਾਂ ਤੇ ਝੰਡੀਆਂ ਲੱਗੀਆਂ, ਉਹਨਾਂ ਦੇ ਵੱਲ ਦੇਖ ਕੇ ਨਾ ਇੱਕ ਵਾਰੀ ਸਵੈ ਚਿੰਤਨ ਕਰੋ ਵੀ ਕੀ ਬਣਿਆ ਜੀ। ਇਹ ਸਾਰਿਆਂ ਨੂੰ ਕਰਨਾ ਚਾਹੀਦਾ, ਜਿੰਨੀਆਂ ਵੀ ਪਾਰਟੀਆਂ ਨੇ, ਜਿੰਨੇ ਵੀ ਉਮੀਦਵਾਰ ਨੇ। ਹੁਣ ਕਿਉਂਕਿ ਉਹ ਵਿਹਲੇ ਹੋ ਗਏ ਨੇ, ਹੁਣ ਉਹਨਾਂ ਨੂੰ ਸਵੈ ਚਿੰਤਨ ਕਰਨਾ ਚਾਹੀਦਾ। ਕੱਲ ਨਾ ਮੈਨੂੰ ਮੇਰਾ ਇੱਕ ਦੋਸਤ ਹਵੇਲੀ ਲੈ ਗਿਆ ਢਾਬੇ ਤੇ, ਕਹਿੰਦਾ ਵੀ ਆ ਜਾ ਆਪਾਂ ਉੱਥੇ ਚਾਹ ਪਾਣੀ ਪੀ ਕੇ ਆਉਨੇ ਆ। ਉੱਥੇ ਹੁਣ ਰਾਤ ਦਾ ਵੇਲਾ, ਮੇਰੇ ਖਿਆਲ 9-10 ਵਜੇ ਦਾ ਵੇਲਾ ਸੀਗਾ, ਤੇ ਉੱਥੇ 8-7 ਜਾਣੇ ਦਾਰੂ ਪੀਤੀ ਵਾਲੇ ਵੀ ਸੀ। ਉਹਨਾਂ ਨੇ ਮੈਨੂੰ ਪਛਾਣ ਲਿਆ। ਇੱਕ ਜਣੇ ਦੇ ਚੰਗੇ ਪੈਗ ਲੱਗੇ, ਕਹਿੰਦਾ ਫਿਰ ਵੋਟ ਕਿਹਨੂੰ ਪਾਈ ਆ? ਮੈਂ ਕਿਹਾ ਚਲੋ ਪਾਤੀ, ਇਹ ਗੱਲਾਂ ਗੁਪਤ ਰੱਖੀਆਂ। ਕਹਿੰਦਾ ਆਪਾਂ ਤਾਂ ਹਿੱਕ ਠੋਕ ਕੇ ਕਹਿੰਦੇ ਫਲਾਣੇ ਨੂੰ ਪਾਈ ਆ। ਮੈਂ ਕਿਹਾ ਨਾ ਤਾਂ ਇਹ ਹਿੱਕ ਠੋਕਣ ਵਾਲੀ ਗੱਲ ਆ, ਨਾ ਇਹ ਪੁੱਛਣ ਵਾਲੀ ਗੱਲ ਆ, ਤੇ ਨਾ ਹੀ ਇਹ ਦੱਸਣ ਵਾਲੀ ਗੱਲ ਆ। ਹਾਂ, ਆਪ ਜੀ ਹਿੱਕ ਠੋਕ ਲੈਣੇ, ਮੈਨੂੰ ਕੋਈ ਇਤਰਾਜ਼ ਵੀ ਨਹੀਂ, ਪਰ ਉਦਾਂ ਇਹ ਗੱਲ ਹੈ ਨਹੀਂ। ਉਦਾਂ ਹਾਂ, ਬਿਲਕੁਲ ਐਡੀ ਖੁਸ਼ੀ ਵਾਲੀ ਕੋਈ ਗੱਲ ਹੈ ਨਹੀਂ। ਮਰਜ਼ੀ ਹੈ ਤੁਹਾਡੀ ਜੀ, ਤੁਹਾਨੂੰ ਅਗਲਾ ਬੰਦਾ ਚੰਗਾ ਲੱਗਿਆ ਤੁਸੀਂ ਵੋਟ ਪਾਈ। ਸਾਨੂੰ ਜਿਹੜਾ ਚੰਗਾ ਲੱਗਿਆ ਸੀ ਪਹਿਲੀ ਗੱਲ ਪੁੱਛੋ ਹੀ ਨਾ। ਪਰ ਜੇ ਤੁਸੀਂ ਪੁੱਛਿਆ ਤਾਂ ਜ਼ਰੂਰੀ ਨਹੀਂ ਕਿ ਮੈਂ ਦੱਸਾਂ, ਤੇ ਜੇ ਮੈਂ ਤੁਹਾਨੂੰ ਪੁੱਛਿਆ ਹੋਵੇ ਮੈਨੂੰ ਤਾਂ ਕਹੋ। ਨਹੀਂ, ਇਹ ਸਾਡੇ ਨਾ ਸੁਭਾਅ 'ਚ ਸ਼ਾਮਲ ਹੈ ਟਾਣਾ ਸਾਹਿਬ। ਅਸੀਂ ਆਂਢ ਗੁਆਂਢ ਨੂੰ ਵੀ, ਈਵਨ ਆਪਣੇ ਘਰਦਿਆਂ ਨੂੰ ਵੀ ਪੁੱਛਦੇ ਜ਼ਰੂਰ ਆ ਵੋਟ ਪਾ ਕੇ, ਕਿਹਨੂੰ ਵੋਟ ਪਾਈ ਫਿਰ, ਹੈਨਾ। ਤੇ ਜੇ ਅਗਲਾ ਕਹੇ ਤੂੰ ਦੱਸ, ਨਹੀਂ ਪਹਿਲਾਂ ਤੂੰ ਦੱਸ, ਹੈਨਾ। ਤੇ ਫਿਰ ਅਖੀਰਲਾ ਜਿਹੜਾ ਸਭ ਤੋਂ ਉੱਤਮ ਜਵਾਬ ਹੁੰਦਾ ਉਹ ਇਹ ਹੁੰਦਾ ਜਿਹੜਾ ਜਿੱਤ ਗਿਆ ਆਪਾਂ ਤਾਂ ਉਹਨੂੰ ਵੋਟ ਪਾਈ। ਬਿਲਕੁਲ ਸਹੀ, ਹੈਨਾ। ਸੋ ਇਹ ਗੱਲਾਂ ਚਲੋ ਖੈਰ ਪੁੱਛਣੀਆਂ ਵੀ ਨਹੀਂ ਚਾਹੀਦੀਆਂ, ਦੱਸਣੀਆਂ ਵੀ ਨਹੀਂ ਚਾਹੀਦੀਆਂ, ਪਰ ਜੇਕਰ ਅਸੀਂ ਅੰਦਰੋਂ ਇਮਾਨਦਾਰ ਹੋਵਾਂਗੇ ਤਾਂ ਇਮਾਨਦਾਰ ਚੁਣਾਂਗੇ। ਜੇਕਰ ਅੱਜ ਤੱਕ ਇਹਨਾਂ ਨੇ ਨਹੀਂ ਦੱਸਿਆ ਵੀ ਅਸੀਂ ਜੇਕਰ ਘੱਟ ਸੀਟਾਂ ਮਿਲੀਆਂ ਤਾਂ ਕਿਹਦੇ ਨਾਲ ਗੱਠਜੋੜ ਕਰਨਾ, ਤੇ ਫਿਰ ਆਪਾਂ ਕਾਹਤੋਂ ਦੱਸਦੇ ਵੀ ਭਾਈ ਮੈਂ ਉਹਨੂੰ ਵੋਟ ਪਾ ਕੇ ਆਇਆ? ਤੁਹਾਨੂੰ ਹਰ ਗੱਲ ਢਿੱਡ ਦੀ ਕਦੇ ਨੇ ਦੱਸੀ ਆ ਵੀ ਭਾਈ ਮੈਂ ਤਾਂ ਇੱਧਰ ਗੱਠਜੋੜ ਵਾਲੀ ਗੱਲ ਚਲਾਈ ਬੈਠਾ, ਜੇ ਸਾਡੀਆਂ ਸੀਟਾਂ ਘਟ ਗਈਆਂ ਜੱਫੀ ਆਪਾਂ ਇੱਧਰ ਪਾ ਲੈਣੀ ਆ, ਫਿਰ ਆਪਾਂ ਦੁਸ਼ਮਣੀ ਸਾਰੀ ਭੁਲਾ ਕੇ, ਵੈਰ ਵਿਰੋਧ ਭੁਲਾ ਕੇ ਇੱਧਰਲੇ ਪਾਸੇ ਚਲੇ ਜਾਣਾ। ਜੇ ਇਹ ਹਰ ਗੱਲ ਗੁਪਤ ਰੱਖਦੇ ਆ ਤਾਂ ਆਪਾਂ ਵੀ ਰੱਖੀਏ। ਬਿਲਕੁਲ ਸਹੀ ਹੈ, ਆਪਾਂ ਵੀ ਸਿਆਣੇ ਬਣ ਜਾਈਏ। ਨਾਲੇ ਮੁੱਕਦੀ ਗੱਲ ਤਾਂ ਇੱਥੇ ਹੈ ਟਾਣਾ ਸਾਹਿਬ, ਇਹ ਤਾਂ ਔਖੇ ਹੋ ਕੇ ਪਾਰਟੀਆਂ ਬਦਲ ਜਾਂਦੇ ਨੇ, ਅਸੀਂ ਤਾਂ ਔਖੇ ਹੋ ਕੇ ਕਿਤੇ ਜਾਣ ਜੋਗੇ ਨਾ। ਆਪਾਂ ਮੁਹੱਲਾ ਬਦਲਣ ਵਾਲੇ ਨਾ ਆਪਾਂ ਘਰ ਬਦਲਣਾ, ਨਾ ਪਿੰਡ ਨਗਰ ਖੇੜਾ ਬਦਲਣਾ, ਆਪਾਂ ਤਾਂ ਉੱਥੇ ਹੀ ਰਹਿਣਾ। ਕਿਉਂਕਿ ਆਪਾਂ ਇਸ ਮਿੱਟੀ ਦੇ ਜਾਏ ਆ ਤੇ ਇੱਥੇ ਹੀ ਮੁੱਕ ਜਾਣਾ, ਇੱਥੇ ਹੀ ਕਿਰਤ ਕਰਨੀ ਹੈ। ਲੜਾਈਆਂ ਕਾਹਦੀਆਂ, ਰੌਲੇ ਕਾਹਦੇ? ਜੱਜ ਦਾ ਵਿਚਾਰ। ਹਰਮਨ ਜੀ ਕਹਿੰਦੇ ਐਨ ਮੌਕੇ ਦੇ ਉੱਤੇ ਕੋਡ ਵਰਡ ਬਦਲ ਗਿਆ। ਕਿਹੜਾ ਕੋਡ ਬਦਲ ਗਿਆ? ਕੋਡ ਪਹਿਲਾਂ ਆਇਆ ਸੀਗਾ ਰਾਤੋਂ ਰਾਤ ਕਿ ਫੂਲ, ਅੱਛਾ, ਤੇ ਉਧਰ ਨੂੰ ਚਲੇ ਗਏ। ਅੱਛਾ ਜੀ। ਫਿਰ ਅਗਾ ਤਕੜੀ ਕੇ ਸਾਥ ਫੂਲ, ਫਿਰ ਕਹਿੰਦੇ ਇਦਾਂ ਦੀ ਗੱਲ ਆਈ ਵਿੱਚ। ਇਹ ਕਿੱਥੇ ਦੀ ਗੱਲ ਕਰ ਰਹੇ ਹੋ? ਚੰਨੀ ਸਾਹਿਬ ਨੇ ਦਿੱਤਾ ਬਿਆਨ, ਕਹਿੰਦੇ ਸਾਨੂੰ ਪਹਿਲਾਂ ਹੀ ਪਤਾ ਸੀ ਰਲੇ ਹੋਏ ਆ। ਹੈ ਹਾਂਜੀ, ਕੀ ਮਤਲਬ ਇਹ ਆ ਵੀ ਡੇਰਾ ਸਿਰਸਾ ਦੇ ਬਾਰੇ ਖਬਰ ਆ ਗਈ। ਹਾਂਜੀ, ਕਹਿੰਦੇ ਵੀ ਰਾਤੋਂ ਰਾਤ ਆਇਆ, ਵੋਟਾਂ ਤੋਂ ਪਹਿਲਾਂ 19 ਦੀ ਰਾਤ ਨੂੰ ਫਰਮਾਨ ਆਇਆ, ਵਾਇਸ ਨੋਟ ਮੈਸੇਜ ਆਇਆ, ਅੱਗੇ ਤੋਂ ਅੱਗੇ ਫੈਲਿਆ ਵੀ ਭਾਈ ਐਤਕੀ ਸਮਰਥਨ ਕਿਹਨੂੰ ਦੇਣਾ। ਐਤਕੀ ਡੇਰਾ ਸਿਰਸਾ ਨੇ ਕਿਸੇ ਇੱਕ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ, ਸਗੋਂ ਵੱਖ-ਵੱਖ ਥਾਵਾਂ ਤੇ ਵੱਖੋ ਵੱਖਰੇ ਉਮੀਦਵਾਰਾਂ ਨੂੰ ਸਮਰਥਨ ਦਿੱਤਾ। ਬਹੁਤੀਆਂ ਥਾਵਾਂ ਦੇ ਉੱਤੇ ਮਿਲਦੇ ਜੁਲਦੇ ਨਾਂ ਵਾਲਿਆਂ ਨੂੰ ਜਾਂ ਮਿਲਦੀਆਂ ਜੁਲਦੀਆਂ ਪਾਰਟੀਆਂ ਵਾਲਿਆਂ ਨੂੰ ਦਿੱਤਾ। ਪਰ ਰੌਲਾ ਪੈ ਗਿਆ ਇਸ ਗੱਲ ਦੇ ਉੱਤੇ, ਕਹਿੰਦੇ ਹमें तो पहले ही पता था कि आप ये काम करोगे, आप कार्य ऐसे ही संपन्न करते हो। अच्छा, हाँ, ਵਾਹ ਵਾਹ, ਇਹ ਤਾਂ ਵੱਡੀ ਗੱਲ ਹੈ ਬਈ। ਰੌਲਾ ਤਾਂ ਪੈਣਾ ਹੀ ਸੀ ਟਾਣਾ ਸਾਹਿਬ। ਇਹ ਜਦੋਂ ਵੀ ਦੇਖੋ, ਜਿਹਦੇ ਵੀ ਹੱਕ ਦੇ ਵਿੱਚ ਜਿਹੜਾ ਵੀ ਭੁਗਤੇ, ਉਦੋਂ ਤੋਂ ਦੂਜੇ ਵਾਲੇ ਨੇ ਤਾਂ ਰੌਲਾ ਪਾਉਣਾ ਹੀ ਹੁੰਦਾ ਹੈ ਵੀ ਮੇਰੇ ਵਾਲੇ ਪਾਸੇ ਕਿਉਂ ਨਹੀਂ ਆ ਤੇ ਉਧਰਲੇ ਵਾਲੇ ਪਾਸੇ ਕਿਉਂ ਆ। ਮੈਨੂੰ ਕਈ ਬੰਦੇ ਇਹ ਗੱਲ ਕਹਿੰਦੇ ਵੀ ਸਰਕਾਰ ਕਿਹਦੀ ਬਣੂ। ਦੇਖੋ, ਮੈਂ ਕੋਈ ਬਹੁਤ ਹੀ ਵੱਡੀ ਭਵਿੱਖਬਾਣੀ ਕਰਨ ਵਾਲਾ ਤਾਂ ਹੈ ਨਹੀਂ। ਮੈਨੂੰ ਲੱਗਦਾ ਵੀ ਐਤਕੀ ਕਿਸੇ ਵੀ ਇੱਕ ਪਾਰਟੀ ਦੀ ਸਰਕਾਰ ਨਹੀਂ ਬਣੂ, ਮੇਰਾ ਖਿਆਲ। ਮੈਨੂੰ ਵੀ ਇਹੀ ਲੱਗਦਾ। ਮਾਲਵੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਫੀ ਝੰਡੀ ਰਹੀ, ਪਰ ਇਸ ਦੇ ਬਾਵਜੂਦ ਮੈਨੂੰ ਇਹ ਲੱਗਦਾ ਕਿ 59 ਸੀਟਾਂ ਲਿਜਾਣੀਆਂ ਬੜੀਆਂ ਵੱਡੀਆਂ ਤੇ ਬੜੀ ਚੁਣੌਤੀਪੂਰਨ ਗੱਲ ਆ। ਜੇ ਲੈ ਜਾਵੇ
ਤਾਂ ਕੋਈ ਅਸੀਂ ਚਮਤਕਾਰ ਵੀ ਮੰਨਾਂਗੇ। ਕੋਈ ਵੀ ਸਿਆਸੀ ਪਾਰਟੀ ਐਤਕੀ 59 ਸੀਟਾਂ ਪੰਜਾਬ ਦੇ ਵਿੱਚ ਕੱਲੀ ਲਿਜਾਂਦੀ ਨਹੀਂ ਜਾਪਦੀ। ਸੋ ਜੇਕਰ 59 ਸੀਟਾਂ ਕਿਸੇ ਨੂੰ ਵੀ ਨਹੀਂ ਮਿਲਦੀਆਂ ਜਿਵੇਂ ਕਿ ਸਾਡਾ ਅੰਦਾਜ਼ਾ, ਤਾਂ ਫਿਰ ਕਿਹੜੀ ਪਾਰਟੀ ਨੇ ਕਿਹਦੇ ਨਾਲ ਗਲਵੱਕੜੀ ਪਾਉਣੀ ਹੈ ਇਹਦੇ ਤੇ ਗੱਲ ਨਿਰਭਰ ਕਰੂ। ਕਿਉਂਕਿ ਹੁਣ ਇਹ ਪਤਾ ਲੱਗਣ ਲੱਗ ਪਿਆ, ਕਿਉਂਕਿ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਵੀ ਗੱਲ ਕਹੀ ਹੈ, ਨਤੀਜਿਆਂ ਤੋਂ ਬਾਅਦ ਤੈਅ ਕਰਾਂਗੇ ਵੀ ਕਿਹਨੇ ਕੀ ਕਰਨਾ। ਜੀ ਬਿਲਕੁਲ। ਹੁਣ ਹੋਰ ਵੀ ਕਈ ਪਾਰਟੀਆਂ ਨੇ ਆਗੂ ਇਹ ਗੱਲ ਕਹਿੰਦੇ ਮੌਕਾ ਦੱਸੂਗਾ ਕਿਹਦੇ ਨਾਲ ਕਿਵੇਂ ਗਲਵੱਕੜੀ ਪੈਣੀ ਹੈ। ਪਰ ਇੱਥੇ ਰੌਲਾ ਇਹ ਪੈ ਜਾਣਾ ਕਿ ਜੇ ਮੰਨ ਲਓ ਆਮ ਆਦਮੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਫਿਰ ਉਹ ਕਿਹਦੇ ਨਾਲ ਸਾਂਝ ਪਾਊ। ਜੀ ਬਾਕੀ ਤਾਂ ਚਲੋ ਕਈ ਪਾਸੇ ਕਈ ਗੱਲਾਂ ਚੱਲਦੀਆਂ। ਗੱਲ ਇਹ ਆ ਨਾ ਟੈਣਾ ਸਾਹਿਬ ਕਿ ਇਸ ਵਾਰ ਦੀਆਂ ਜਿਹੜੀਆਂ ਚੋਣਾਂ ਨੇ ਬਹੁਤ ਸਾਰੇ ਪੱਖਾਂ ਤੋਂ ਵੱਖਰੀਆਂ ਸੀ। ਇੱਕ ਤਾਂ ਭਾਜਪਾ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਅੱਡ ਹੋ ਕੇ ਤੇ ਇਹ ਪਹਿਲੀਆਂ ਚੋਣਾਂ ਜਿਹੜੀਆਂ ਉਹ ਲੜੀਆਂ ਨੇ। ਉਸ ਤੋਂ ਬਾਅਦ ਇਸ ਵਾਰ ਕਈ ਸਾਰੀਆਂ ਧਿਰਾਂ ਖੜੀਆਂ ਹੋਈਆਂ ਨੇ, ਕਈ ਸਾਰੇ ਆਜ਼ਾਦ ਉਮੀਦਵਾਰ ਇਹੋ ਜਿਹੇ ਸੀ ਜਿਨ੍ਹਾਂ ਨੇ ਪਾਰਟੀਆਂ ਨੂੰ ਬਹੁਤ ਵੱਡੀ ਟੱਕਰ ਦਿੱਤੀ ਹੈ। ਸੋ ਇਸ ਲਈ ਕੁਝ ਵੀ ਕਹਿ ਪਾਉਣਾ ਮੈਨੂੰ ਲੱਗਦਾ ਕਾਹਲੀ ਹੋ। ਪਰ ਕੁਝ ਕੁ ਪਰਿਵਾਰਕ ਮੈਂਬਰ ਜਿਹੜੇ ਉਮੀਦਵਾਰਾਂ ਦੇ ਉਹਨਾਂ ਨੇ ਐਤਕੀ ਪ੍ਰਚਾਰ ਕਰ ਕਰਕੇ ਦਿਲ ਜਿੱਤਿਆ ਜੀ। ਭਾਵੇਂ ਉਹ ਰਾਜਾ ਵੜਿੰਗ ਦੀ ਧਰਮ ਪਤਨੀ ਦੀ ਗੱਲ ਕਰਗੇ, ਬਿਲਕੁਲ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਬੱਚਿਆਂ ਦੀ ਗੱਲ ਕਰਗੇ, ਉਹ ਸਾਨੂੰ ਮੀਡੀਆ ਦੇ ਵਿੱਚ ਦਿਸਦੇ ਰਹੇ ਆ ਜੀ। ਵੱਡੇ ਬਾਦਲ ਸਾਹਿਬ ਦੇ ਪੋਤਾ ਪੋਤੀ ਨੇ ਵੀ ਇਤਕੀ ਨਿੱਠ ਕੇ ਪ੍ਰਚਾਰ ਕੀਤਾ, ਬਾਕੀ ਤਾਂ ਚਲੋ ਕਰਦੇ ਹੀ ਸਾਰੇ ਪ੍ਰਚਾਰ। ਤੁਸੀਂ ਗੱਲ ਕਰੋ ਇੱਥੇ ਗੋਲਡੀ ਖੰਗੂੜਾ ਹੋਰਾਂ ਦੀ, ਦਲਵੀਰ ਗੋਲਡੀ, ਹਾਂਜੀ, ਤੇ ਉਹਨਾਂ ਦੀ ਧਰਮ ਪਤਨੀ ਸਿਮਰਤ ਖੰਗੂੜਾ ਦੇ ਵੱਲੋਂ ਨਿੱਠ ਕੇ ਪ੍ਰਚਾਰ ਕੀਤਾ ਗਿਆ ਵੱਖ-ਵੱਖ ਥਾਵਾਂ ਤੇ ਜਾ ਕੇ ਜੀ। ਬਿਲਕੁਲ। ਉਧਰ ਭਗਵੰਤ ਮਾਨ ਹੋਰਾਂ ਦੇ ਮਾਤਾ ਜੀ ਤੇ ਉਹਨਾਂ ਦੇ ਭੈਣ ਜੀ, ਬਿਲਕੁਲ, ਉਹਨਾਂ ਨੇ ਆਪਣੇ ਕਹਿ ਲੋ ਵੀ ਵੀਰ ਦੇ ਹੱਕ ਦੇ ਵਿੱਚ ਬਹੁਤ ਵਧੀਆ ਪ੍ਰਚਾਰ ਕੀਤਾ। ਸੋ ਹਰ ਪਾਸਿਓਂ ਐਤਕੀ ਜਿਹੜੇ ਪਰਿਵਾਰਾਂ ਦੇ ਪਰਿਵਾਰ ਹੀ ਪੂਰੀ ਤਰ੍ਹਾਂ ਨਾਲ ਨਿੱਤਰੇ ਹੋਏ ਸੀ ਮੈਦਾਨ ਦੇ ਵਿੱਚ। ਤੇ ਅਗਲੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਉਹਨਾਂ ਦੀ ਪਤਨੀ ਨੇ ਕੀਤਾ, ਉਹਨਾਂ ਦੀ ਧੀ ਰਾਣੀ ਨੇ ਪ੍ਰਚਾਰ ਕੀਤਾ। ਕਹਿਣ ਦਾ ਭਾਵ ਹੈ ਜੀ ਕਿ ਸਾਰੇ ਹੀ ਉਮੀਦਵਾਰ ਆ ਜਿਹੜੇ ਉਹ ਇਤਕੀ ਪੂਰੇ ਦੇ ਪੂਰੇ ਪਰਿਵਾਰ ਸਮੇਤ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਪੈਕੇਜ ਦੇ ਸਮੇਤ ਮੈਦਾਨ ਦੇ ਵਿੱਚ ਨਿੱਤਰੇ ਸੀ ਜੀ। ਪੂਰਾ ਪੈਕੇਜ ਜਾਂਦਾ ਸੀ। ਚੰਗੀ ਗੱਲ ਹੈ ਦੇਖੋ, ਕਿਉਂਕਿ ਇੱਕ ਇਕੱਲੇ ਬੰਦੇ ਦੇ ਲਈ ਆਪਣੇ ਸਾਰੇ ਕਹਿ ਲੋ ਵੀ ਜਿਹੜਾ ਏਰੀਆ ਹੈ ਜਾਂ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਜਾ ਪਾਉਣਾ ਔਖਾ ਹੁੰਦਾ ਹੈ। ਤੁਸੀਂ ਇਕੱਲੇ ਬੰਦੇ ਦੇ ਜਵਾਬ ਨਹੀਂ ਦੇ ਸਕਦੇ। ਸੋ ਇਸ ਲਈ ਸਾਰੇ ਜਦੋਂ ਰਲ ਕੇ ਤੁਰੇ ਨੇ ਤੇ ਚੰਗੀ ਗੱਲ ਹੈ, ਪਰ ਲੋਕਾਂ ਨੂੰ ਵੀ ਰਲੇ ਰਹਿਣ ਦਿਓ ਤੇ ਲੋਕ ਵੀ ਰਲੇ ਰਹਿਣ। ਇਹ ਨਾ ਹੋਏ ਕਿ ਅਸੀਂ ਆਪਸ 'ਚ ਵੰਡੀਆਂ ਪਾ ਲਈਏ ਤੇ ਸਾਰੇ ਇਕੱਠੇ ਹੋ ਜਾਣ। ਕਹਿੰਦੇ ਇੱਕ ਘਰ ਦੇ ਵਿੱਚ ਬੰਦਾ ਨਹਾਉਣ ਲੱਗਿਆ, ਉਹਨੇ ਸਾਬਣ ਲਾ ਲਈ ਤੇ ਕੁੰਡੀ ਨਹੀਂ ਉਹਨੇ ਲਾਈ। ਅੱਛਾ ਜੀ। ਉਹ ਜਦੋਂ ਸਾਬਣ ਲਾ ਲਈ ਮੂੰਹ ਮਾਂ ਤੇ ਉਦੋਂ ਨੂੰ ਕੋਈ ਨਾ ਕੋਈ ਆ ਗਿਆ, ਵੋਟ ਸਾਨੂੰ ਪਾਇਓ, ਉਹਨੇ ਐਂ ਜੇ ਕੀਤਾ, ਕਹਿੰਦਾ ਦੂਜਾ ਫੇਰ ਆ ਗਿਆ ਮਾੜਾ ਜਿਹਾ, ਕਹਿੰਦੇ ਸਾਨੂੰ ਵੋਟ ਪਾਇਓ, ਕਹਿੰਦਾ ਸਾਬਣ ਤਾਂ ਲਾ ਕੇ ਪਹਿਲਾਂ ਹੀ ਪਾ ਦਿਆਂ। ਗੱਲ ਸਹੀ ਹੈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਬਿਹਾਰ ਦੇ ਵਿੱਚੋਂ ਇੱਕ ਐਸੀ ਖਬਰ ਆਈ ਹੈ, ਤੁਸੀਂ ਯਕੀਨ ਨਹੀਂ ਮੰਨਣਾ, ਤੁਸੀਂ ਕਹੋਗੇ ਵੀ ਇਹ ਗੱਲ ਝੂਠੀ ਆ। ਕੀ ਆਈ ਹੈ? ਪਰ ਡਾਕਟਰਾਂ ਨੂੰ ਪੁੱਛੋ 2.5 ਘੰਟੇ ਸਾਹੋ ਸਾਹੀ ਹੋਏ ਰਹੇ ਆ। ਕਿਵੇਂ? 2.5 ਘੰਟੇ ਮੁੜਕੋ ਮੁੜਕੀ ਹੋਏ ਰਹੇ ਆ। ਆਪਦੇ ਜਿੰਨੇ ਵੀ ਸੰਦ ਪੈੜਾ ਉਹਨਾਂ ਦਾ ਹੁੰਦਾ ਸਾਰਾ ਲੈ ਕੇ ਬੈਠੇ ਰਹੇ ਆ। ਬੰਦੇ ਦੀ ਜ਼ਿੰਦਗੀ ਬਚਾਈ ਉਹਨਾਂ ਨੇ। ਅੱਛਾ। ਇੱਕ ਹੈਗਾ ਜੀ ਮੇਰਾ ਖਿਆਲ ਵੀ 52-53 ਸਾਲ ਦਾ ਬੰਦਾ, ਹਾਂਜੀ, ਤੇ ਇਹਦੇ ਢਿੱਡ ਦੇ ਵਿੱਚੋਂ ਗਲਾਸ ਕੱਢਿਆ, ਕੱਚ ਦਾ ਗਲਾਸ ਸਾਬਤਾ। ਇੱਕ ਮਿੰਟ, ਕਿਸੇ ਡਾਕਟਰ ਦੀ ਅਣਗਹਿਲੀ ਦਾ ਕਰਕੇ ਉਹ ਢਿੱਡ 'ਚ ਰਹਿ ਗਿਆ? ਨਹੀਂ, ਡਾਕਟਰ ਕਿਹੜਾ ਪੈਗ ਲਾਉਣ ਉਹਦੇ ਢਿੱਡ ਛੱਡਿਆ? ਨਹੀਂ, ਮੈਂ ਕਿਹਾ ਪੱਟੀਆਂ ਪੁੱਟੀਆਂ ਤਾਂ ਆਮ ਹੀ ਰਹਿ ਜਾਂਦੀਆਂ ਵੀ, ਸ਼ਾਇਦ ਕਿਤੇ ਗਲਾਸ ਵੀ ਅੰਦਰ ਹੀ ਰਹਿ ਗਿਆ। ਉਹ ਇਹਨਾਂ ਪੱਟੀਆਂ ਦੇ ਕਰਕੇ ਤਾਂ ਬਹੁਤ ਸਾਰੇ ਘਰ ਪੱਟੇ ਗਏ ਆ, ਹਾਂਜੀ, ਜਿਹੜੇ ਵਿੱਚ ਰਹਿ ਜਾਂਦੀਆਂ। ਪਰ ਇੱਥੇ ਤਾਂ ਕਹਿੰਦੇ ਵੀ ਜਿਹੜਾ ਬੰਦਾ ਨਾ ਉਹਦੀ ਅਣਗਹਿਲੀ ਦੇ ਕਰਕੇ ਉਹਨੇ ਪਤਾ ਹੀ ਨਹੀਂ ਕਿਵੇਂ, ਡਾਕਟਰਾਂ ਨੂੰ ਵੀ ਸਮਝ ਨਹੀਂ ਆਉਂਦੀ, ਤੇ ਬੰਦੇ ਨੇ ਕਿਹਾ ਕਹਿੰਦਾ ਮੈਂ ਪਾਣੀ ਪੀਂਦਾ ਸੀ, ਗਲਾਸ ਲੰਘ ਗਿਆ। ਇੱਕ ਮਿੰਟ, ਮੈਂ ਕਿਹਾ ਵੀ ਕੋਈ ਨਿੱਕੀ ਮੋਟੀ ਚੀਜ਼ ਹੋਈ, ਸਿੱਕਾ ਲੰਘ ਗਿਆ, ਇਹ ਵੀ ਮੰਨ ਗਏ। ਬਰਫ਼ ਦਾ ਟੁਕੜਾ ਲੰਘ ਗਿਆ, ਇਹ ਵੀ ਮੰਨ ਗਏ। ਗਲਾਸ ਲੰਘ ਗਿਆ? ਗਲਾਸ ਹੀ ਲੰਘ ਗਿਆ ਕਹਿੰਦਾ। ਮੈਂ ਖੁਦ ਹੈਰਾਨ, ਮੈਂ 4-5 ਵਾਰ ਖਬਰ ਪੜ੍ਹੀ, ਮੈਂ ਕਿਹਾ ਕਿਤੇ ਮੈਂ ਕਿਤੇ ਡੰਡੀ ਅੱਗੇ ਪਿੱਛੇ ਨਾ ਕਰਤੀ ਹੋਵੇ, ਕੌਮਾ ਮੈਂ ਗਾਂ ਪਿਛਾਂ ਨਾ ਕਰ ਬੈਠਾ ਹੋਵਾਂ, ਕੋਈ ਬਿੰਦੀ ਟਿੱਪੀ ਦੇ ਨਾਲ ਕਿਤੇ ਅਰਥ ਨਾ ਬਦਲਦੇ ਹੋਣ। ਕਹਿਣਾ ਸਾਹਿਬ ਸ਼ੁਕਰ ਮਨਾਓ ਗਲਾਸ ਨਾਲ ਪਾਣੀ ਪੀਂਦਾ ਸੀ, ਕਿਤੇ ਜਾਗਿਆ ਕਿਸੇ ਕੜਵੀ ਨਾਲ ਨਹੀਂ ਪੀਂਦਾ ਸੀ। ਪਰ ਹੈਰਾਨੀ ਵਾਲੀ ਗੱਲ ਹੈ, ਚਲੋ ਹਾਸਾ ਮਜ਼ਾਕ ਇੱਕ ਬੰਨੇ ਰਿਹਾ, ਗਲਾਸ ਕਿਵੇਂ ਢਿੱਡ 'ਚ ਜਾ ਸਕਦਾ? ਕੀਤਾ ਉਹ ਕਹਿੰਦਾ ਜੀ ਮੈਨੂੰ ਨਾ ਪਿਛਲੇ ਕਈ ਦਿਨਾਂ ਤੋਂ ਜੰਗਲ ਪਾਣੀ ਦੇ ਵਿੱਚ ਸਮੱਸਿਆ ਆ ਰਹੀ ਆ। ਹਾਂ, ਢਿੱਡ ਵੀ ਦੁਖਦਾ ਸੀ, ਢਿੱਡ ਬੜਾ ਦੁਖਦਾ ਸੀ। ਡਾਕਟਰਾਂ ਨੇ ਉਹਨੂੰ ਦਵਾਈ ਦਿੱਤੀ, ਉਹ ਕਹਿੰਦਾ ਨਾ ਮੇਰੇ ਪੀੜ ਉਵੇਂ ਹੀ ਆ। ਉਹਦਾ ਅਲਟਰਾਸਾਊਂਡ ਕੀਤਾ, ਡਾਕਟਰ ਅੱਗੇ ਹੈਰਾਨ ਵੀ ਭਾਈ ਆ ਵਿੱਚ ਕੀ, ਇਹ ਤਾਂ ਸਾਰੀ ਕਰੋਕਰੀ ਵਿੱਚ ਰੱਖੀ ਫਿਰਦਾ। ਹਾਏ, ਪਰ ਬੜੀ ਹੈਰਾਨੀ ਵਾਲੀ ਗੱਲ ਹੈ ਇਹ। ਹਾਂ, ਗਲਾਸ ਕਿਵੇਂ ਤਿਲਕ ਕੇ ਅੰਦਰ ਚਲ ਗਿਆ ਹੋਊਗਾ? ਕੀ ਪਤਾ ਭਾਈ, ਕੁਝ ਵੀ ਹੋ ਸਕਦਾ ਦੁਨੀਆ 'ਚ, ਸੱਚੀ ਗੱਲ ਹੈ। ਕਦੀ ਦੁਨੀਆ ਭਾਈ ਕੁਝ ਵੀ ਹੋ ਸਕਦਾ ਜੀ। ਤੁਹਾਨੂੰ ਪਤਾ ਨਾ, ਆਪਾਂ ਬਹੁਤ ਵਾਰ ਖਬਰਾਂ ਸਾਂਝੀਆਂ ਕੀਤੀਆਂ, ਕੋਈ ਬੰਦਾ ਜਿਹੜਾ ਲੋਹਾ ਹੀ ਚੱਬਦਾ ਰਹਿੰਦਾ ਸੀ, ਕੋਈ ਕਿੱਲਾਂ ਖਾ ਗਿਆ, ਕੋਈ ਕੁਛ ਹੋ ਗਿਆ, ਗਲਾਸ ਵੀ ਖਾ ਜਾਂਦਾ। ਪਿੱਛੇ ਜੇ ਮੈਂ ਖਬਰ ਪੜ੍ਹੀ ਸੀ, ਇੱਕ ਬੰਦੇ ਦੇ ਢਿੱਡ ਦੇ ਵਿੱਚੋਂ ਨਾ ਟੁੱਥਬੁਰਸ਼ ਕੱਢਿਆ। ਅੱਛਾ, ਚਲੋ ਇਹ ਵੀ ਮੰਨ ਗਏ ਵੀ ਭਾਈ ਉਹ ਕਾਲੀ ਆ ਕਰਦਾ ਹੋਣਾ, ਤਾਂ ਵੀ ਮੰਨ ਲਓ ਵੀ ਉਹ ਚਲੋ ਪਤਲਾ, ਉਹ ਲੰਮੀ ਚੀਜ਼ ਆ ਜਿਹੜੀ ਛੁੱਟ ਕੇ ਢਿੱਡ 'ਚ ਚਲੀ ਗਈ, ਇਹ ਵੀ ਮੰਨ ਗਏ। ਹੈ ਤਾਂ ਨਹੀਂ ਮੰਨਣ ਵਾਲੀ ਗੱਲ, ਪਰ ਮੰਨ ਲਓ ਇੱਕ ਮਿੰਟ ਲਈ। ਪਰ ਯਾਰ ਗਲਾਸ ਤਾਂ ਕਿੱਡਾ ਵੱਡਾ ਹੁੰਦਾ, ਐਡਾ ਵੱਡਾ ਗਲਾਸ ਹੋਊਗਾ,
ਉਹ ਸਹੀ ਗੱਲ ਆ, ਉਹਦੀ ਚੜਾਈ ਕਿੰਨੀ ਹੋਊਗੀ? ਕੱਚ ਦਾ ਗਲਾਸ ਆ, ਤੁਸੀਂ ਹੱਥ 'ਚ ਗਲਾਸ ਨੂੰ ਫੜ ਕੇ ਪਾਣੀ ਪੀ ਰਹੇ ਹੋ, ਉਹ ਕਿਵੇਂ ਤਿਲਕ ਕੇ ਅੰਦਰ ਜਾ ਸਕਦਾ ਹੈ? ਕੁਝ ਵੀ ਹੋ ਸਕਦਾ ਹੈ। ਖੋਜ ਹੋਣੀ ਚਾਹੀਦੀ ਇਸ ਵਿਸ਼ੇ ਤੇ ਟਾਣਾ ਸਾਹਿਬ, ਇਹ ਵਿਗਿਆਨੀਆਂ ਨੂੰ ਖੋਜ ਕਰਨੀ ਚਾਹੀਦੀ ਹੈ ਵੀ ਗਲਾਸ ਕਿਵੇਂ ਢਿੱਡ 'ਚ ਪਹੁੰਚਿਆ। ਕਮਾਲ ਹੀ ਹੋਗੀ, ਕਮਾਲ ਹੋਗੀ ਭਾਈ, ਸੱਚੀ ਕੁਝ ਵੀ ਹੋ ਸਕਦਾ ਭਾਈ ਦੁਨੀਆ 'ਚ। ਇਸ ਲਈ ਭਾਈ ਖਿਆਲ ਰੱਖਿਆ ਕਰੋ, ਤੁਸੀਂ ਵੀ ਧਿਆਨ ਨਾਲ ਪਾਣੀ ਪੀਆ। ਹਾਂ, ਮੈਂ ਗਲਾਸ ਨੂੰ ਸੰਗਲੀ ਪਾ ਲੈਣਾ ਵੀ ਜੇ ਗਾਂ ਜਾਵੇ ਇੱਥੇ ਜੇ ਰਹਿ ਜੇ। ਤੁਸੀਂ ਅੱਗੇ ਤੋਂ ਚਮਚੇ ਨੂੰ ਸੰਗਲੀ ਪਾ ਕੇ, ਜਿਵੇਂ ਬੈਂਕ ਦੇ ਵਿੱਚ ਹੁੰਦਾ ਨਾ ਵੀ ਭਾਈ ਉਹ ਗਲਾਸ ਦੇ ਨਾਲ ਸੰਗਲੀ ਬੰਨੀ ਹੁੰਦੀ ਹੈ। ਖਿਆਲ ਰੱਖਣਾ ਹੈ, ਸਾਰਿਆਂ ਨੇ ਖਿਆਲ ਰੱਖਣਾ, ਕੋਈ ਪਤਾ ਨਹੀਂ ਕਿਸੇ ਨਾਲ ਵੀ ਹੋ ਸਕਦਾ। ਸੋ ਖੈਰ ਆਪਾਂ ਹੁਣ ਚੱਲਦੇ ਆਂ ਤੇ ਇੱਕ ਬੇਨਤੀ ਕਰ ਦਿੰਦੇ ਸਾਰੇ ਭੈਣਾਂ ਵੀਰਾਂ ਨੂੰ ਵੀ ਭਾਈ ਜਿਹੜੇ ਤੁਹਾਡੇ ਕੰਨਾਂ ਦੇ ਉੱਤੇ ਪੋਸਟਰ ਲੱਗੇ ਆ ਨਾ, ਉਹ ਹੁਣ ਲਾ ਲਓ। ਹੁਣ ਥੋੜਾ ਜਿਹਾ ਮਾਹੌਲ ਜਿਹਾ ਪਹਿਲਾਂ ਵਰਗਾ ਬਣਾ ਲਓ। ਹੁਣ ਚੋਣਾਂ ਨਿਕਲ ਗਈਆਂ, ਹੁਣ ਵੋਟਾਂ ਨਿਕਲ ਗਈਆਂ, ਜਿਨ੍ਹਾਂ ਦੇ ਘਰ ਦੇ ਵਿੱਚ ਬੋਤਲ ਬਾਤਲ ਪਈ ਆ ਉਹ ਵੀ ਮੁੱਕ ਜਾਣੀ ਇੱਕ ਦੋ ਦਿਨਾਂ ਦੇ ਵਿੱਚ, ਤੇ ਫਿਰ ਆਪਾਂ ਪਹਿਲਾਂ ਵਾਲੀ ਥਾਂ ਦੇ ਉੱਤੇ ਆਉਣਾ ਤੇ ਨਾਲੇ ਗੁੱਸੇ ਗਿਲੇ ਵੀ ਮਿਟਾ ਲਓ। ਕੋਈ ਫਾਇਦਾ ਨਹੀਂ ਇਹਨਾਂ ਗੁੱਸੇ ਗਿਲਿਆਂ ਦਾ, ਕੋਈ ਫਾਇਦਾ ਨਹੀਂ ਲੜਾਈ ਝਗੜਿਆਂ ਦਾ। ਮੁੜ ਕੇ ਇਹ ਲੀਡਰ ਜਿਹੜੇ ਵੀ ਐਮਐਲਏ ਅਸੀਂ ਚੁਣੇ ਨੇ, ਜਿਹੜੇ ਵੀ ਬਣਨਗੇ, ਇਹਨਾਂ ਨੇ ਆਪਸ 'ਚ ਇਕੱਠਿਆਂ ਨਹੀਂ ਬਹਿ ਕੇ ਰੋਟੀ ਖਾਣੀ ਆ, ਇਹ ਸਾਰੇ ਇਕੱਠੇ ਹੀ ਹੋਣਗੇ। ਇਹ ਨਾ ਹੋਏ ਵੀ ਉਹ ਇਕੱਠੇ ਹੋ ਜਾਣ ਤੇ ਅਸੀਂ ਅੱਡੋ ਅੱਡ ਹੋ ਜਾਈਏ, ਸਾਡੇ ਭਰਾਵਾਂ ਦੇ ਵਿੱਚ ਪਾੜ ਪੈ ਜਾਏ ਜਾਂ ਹੋਰ ਰਿਸ਼ਤੇ ਅਸੀਂ ਖਰਾਬ ਕਰ ਲਈਏ, ਆਂਢ ਗੁਆਂਢ ਦੇ ਵਿੱਚ ਵਿਗਾੜ ਲਈਏ। ਕਿਉਂਕਿ ਜਦੋਂ ਕਿਤੇ ਅੱਧੀ ਰਾਤ ਨੂੰ ਗਾਹੇ ਬਗਾਹੇ ਲੋੜ ਪਈ ਤਾਂ ਪਹਿਲਾਂ ਆਂਢੀ ਗੁਆਂਢੀ ਭੈਣ ਭਰਾ ਹੀ ਖੜਾ ਹੁੰਦਾ ਹੈ। ਐਮਐਲਏ ਸਾਹਿਬ ਨਹੀਂ ਆਉਂਦੇ ਉਦੋਂ। ਤੁਹਾਨੂੰ ਐਮਐਲਏ ਸਾਹਿਬ ਉਦੋਂ ਆਉਂਦੇ ਆ ਜਦੋਂ ਕੁਝ ਵਾਪਰ ਜਾਂਦਾ, ਉਹ ਆਉਂਦੇ 10 ਮਿੰਟ ਭੋਗ ਤੇ, ਬਿਲਕੁਲ, ਜਾਂ ਉਹਦੇ ਵਿਆਹ ਦੇ ਉੱਤੇ, ਸਿਰਫ ਉੱਥੇ ਵੀ ਨਹੀਂ ਆਉਂਦੇ ਕਈ ਵਾਰੀ ਉਹ। ਸੋ ਇਸ ਲਈ ਵਿਗਾੜੋ ਨਾ ਭਾਈ, ਗੁੱਸੇ ਗਿਲੇ ਸਾਰੇ ਵੋਟਾਂ ਦੇ ਨਾਲ ਹੀ ਖਤਮ ਕਰ ਦਿਓ। ਆਪਸ ਦੇ ਵਿੱਚ ਪਿਆਰ ਭਾਈਚਾਰਕ ਸਾਂਝ ਬਣਾਈ ਰੱਖੋ। ਤੇ ਤੁਹਾਡੇ ਖੇਤਰ ਦੇ ਵਿੱਚ ਕਿਵੇਂ ਜਿਹਾ ਮਾਹੌਲ ਜੀ ਇਹ ਵੀ ਦੱਸ ਦਿਓ। ਬਿਲਕੁਲ ਸਹੀ। ਪੋਲਿੰਗ ਬੂਥ ਦੇ ਉੱਤੇ ਰੌਣਕਾਂ ਕਿਹੋ ਜਿਹੀਆਂ ਸੀ? ਲੜਾਈ ਝਗੜੇ ਤੋਂ ਭਾਈ ਬਚਾ ਰਿਹਾ? ਕੀ ਲੱਗਦਾ ਤੁਹਾਨੂੰ ਐਤਕੀ ਆਮ ਆਦਮੀ ਪਾਰਟੀ ਜਿੱਤੂ, ਅਕਾਲੀ ਦਲ ਬਸਪਾ ਗੱਠਜੋੜ ਕਮਾਲ ਕਰੂ, ਜਾਂ ਇਹਨਾਂ ਦਾ ਕਿਸੇ ਨਾਲ ਗੱਠਜੋੜ ਹੋਊ? ਬੀਜੇਪੀ ਕਿੰਨੀਆਂ ਕੁ ਸੀਟਾਂ ਲੈ ਜੂ, ਕਾਂਗਰਸ ਕਿੰਨੀ ਕੁ ਬਾਜੀ ਮਾਰੂ, ਤੇ ਸੰਯੁਕਤ ਸਮਾਜ ਮੋਰਚੇ ਨੇ ਕੀ ਕਮਾਲ ਕੀਤੀ ਹੈ? ਬਿਲਕੁਲ ਸਹੀ, ਜ਼ਰੂਰ ਦੱਸਿਓ, ਸਾਨੂੰ ਤੁਹਾਡੀ ਪ੍ਰਤੀਕਿਰਿਆ ਦੀ ਉਡੀਕ ਰਹੇਗੀ। ਫਿਲਹਾਲ ਅਸੀਂ ਪ੍ਰੋਗਰਾਮ ਇੱਥੇ ਸਮੇਟਦੇ ਹਾਂ, ਜਾਣ ਦਾ ਵੇਲਾ ਹੋ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।